ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ ਸੁਪਤ ਜਥਾ ਸੁਖ ਗੁਰ ਭਗਵਾਨ ਉਠੇ ਪ੍ਰਾਤ ਕਰ ਸੋਚ ਸਨਾਨ ਕਰਿਓ ਕੂਚ ਹੈ ਜੀਨ ਪਵਾਏ ਪੈ ਅਰੂਡਨ ਮਗ ਪਗ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੇਕਾਂ ਨਗਰਾਂ ਵਿੱਚੋਂ ਲੰਘਦੇ ਹੋਏ ਥੇੜੀ ਤੋਂ ਬਾਅਦ ਕਾਲ ਝਰਾਣੀ ਪਹੁੰਚੇ, ਜਿੱਥੇ ਕਿ ਸਤਿਗੁਰਾਂ ਨੇ ਆਪਣੇ ਪੁਰਾਣੇ ਸਿੱਖਾਂ ਦਾ ਉਧਾਰ ਕੀਤਾ ਹੈ। ਇੱਕ ਕਾਂ ਦੀ ਜੂਨ ਵਿੱਚ ਫਿਰਦਾ ਸੀ ਤੇ ਇੱਕ ਸੱਪ ਦੀ ਜੂਨ ਵਿੱਚ ਫਿਰਦਾ ਸੀਗਾ, ਔਰ ਉਸ ਤੋਂ ਬਾਅਦ ਸਤਿਗੁਰਾਂ ਨੇ ਉਸ ਇਲਾਕੇ ਵਿੱਚ ਕਰਾਤ ਕੱਟੀ ਹੈ, ਔਰ ਉੱਥੇ ਕੁਝ ਸੋਢੀ ਰਹਿੰਦੇ ਸਨ। ਉਹਨਾਂ ਨੇ ਸਤਿਗੁਰਾਂ ਦੀ ਸਿੰਘਾਂ ਦੀ ਬੜੀ ਸੇਵਾ ਕੀਤੀ, ਰਾਤ ਕੱਟੀ, ਜਲ ਪਾਣੀ ਛਕਿਆ, ਆਰਾਮ ਕੀਤਾ। ਦੂਸਰਾ ਦਿਨ ਚੜ੍ਹਿਆ, ਉੱਠ ਕੇ ਉੱਥੋਂ ਚਾਲੇ ਪਾਉਂਦੇ ਹਨ, ਅੱਗੇ ਛੱਤੇ ਆਣੇ ਜਾਂਦੇ ਹਨ। ਆਓ ਇਹ ਵਿਚਾਰਾਂ ਹੁਣ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਪਤ ਜਥਾ ਸੁਖ ਗੁਰ ਭਗਵਾਨ ਉਠੇ ਪ੍ਰਾਤ ਕਰ ਸੋਚ ਸਨਾਨ ਇਉਂ ਗੁਰੂ ਭਗਵਾਨ ਭਾਵ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮੇਸ਼ਰ ਸਰੂਪ, ਇਹਨਾਂ ਨੇ ਇੱਕ ਰਾਤ ਕਾਲ ਝਰਾਣੀ ਕੱਟੀ ਹੈ ਅਤੇ ਕਰਿਓ ਕੂਚ ਹੈ ਜੀਨ ਪਵਾਏ ਪੈ ਅਰੂਡਨ ਮਗ ਪਗ ਪਾਏ। ਦੂਜਾ ਦਿਨ ਚੜ੍ਹਿਆ ਹੈ, ਪਾਤਸ਼ਾਹ ਜੀ ਨੇ ਉੱਠਣਾ ਕੀਤਾ, ਤਿਆਰ ਪ੍ਰਤਿਆਰ ਹੋਏ, ਇਸ਼ਨਾਨ ਆਦਿ ਕੀਤਾ ਤੇ ਨਿਤਨੇਮ ਤੋਂ ਵਿਹਲੇ ਹੋ ਕੇ ਸਿੰਘਾਂ ਨੂੰ ਕਹਿੰਦੇ ਚਲੋ ਬਈ ਅੱਗੇ ਚਾਲੇ ਪਾਈਏ। ਘੋੜਿਆਂ ਤੇ ਕਾਠੀਆਂ ਪਾਉਂਦੇ ਹਨ। ਕਰਤ ਖੀਰ ਕਿਰਪਾਲ ਪਿਆਣੇ ਡੇਰਾ ਕਰਿਓ ਗ੍ਰਾਮ ਛਤਿਆਣੇ। ਔਰ ਇੱਥੋਂ ਚਾਲੇ ਪਾ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਫੌਜ ਜੋ ਨਾਲ ਸਤਿਗੁਰਾਂ ਦੇ ਕੁਝ ਤਨਖਾਹ 'ਤੇ ਰੱਖੀ ਹੋਈ ਬਰਾੜਾਂ ਦੀ ਫੌਜ ਹੈ, ਉਸ ਨੂੰ ਨਾਲ ਲੈ ਕੇ ਚਾਲੇ ਪਾਉਂਦੇ ਹਨ ਅਤੇ ਛੱਤਿਆਣਾ ਨਗਰ ਆਉਂਦਾ ਹੈ ਅੱਗੇ।
ਉੱਥੇ ਆਉਂਦੇ ਹਨ। ਇਸ ਬਤਾਏ ਤੈ ਪੇ ਸਵਾਰਾ ਟਿੱਬਾ ਇੱਕ ਉਤੰਗ ਨਿਹਾਰਾ। ਔਰ ਇਥੋਂ ਵੀ ਸਤਿਗੁਰੂ ਪਾਤਸ਼ਾਹ ਜੀ ਇੱਕ ਰਾਤ ਕੱਟਦੇ ਆ ਛੱਤਿਆਣੇ, ਤੇ ਇਥੋਂ ਫਿਰ ਅੱਗੇ ਚੱਲਦੇ ਆ ਤੇ ਸਤਿਗੁਰਾਂ ਨੇ ਅੱਗੇ ਰਸਤੇ ਵਿੱਚ ਇੱਕ ਉੱਚਾ ਟਿੱਬਾ ਦੇਖਿਆ। ਪਹਿਲਾਂ ਆਪਣੇ ਇਸ ਮਾਲ ਵਿੱਚ ਨਾ ਉੱਚੇ ਉੱਚੇ ਟਿੱਬੇ ਬੜੇ ਹੁੰਦੇ ਸੀ, ਕੱਕੇ ਰੇਤੇ ਹੁੰਦੇ ਸੀ। ਇੱਕ ਉੱਚੇ ਟਿੱਬੇ ਵੱਲ ਦੇਖਿਆ ਜੀ। ਬ੍ਰਹਮੀ ਇੱਕ ਫਕੀਰ ਤੈ ਰਹੇ ਤਿਸ ਕੇ ਨਾਮ ਸਥਲ ਸੋ ਕਹੈ। ਔਰ ਗੁਰੂ ਪਿਆਰਿਓ, ਇਸ ਟਿੱਬੇ ਦੇ ਉੱਤੇ ਕੋਈ ਸਾਧ ਰਹਿੰਦਾ ਸੀ ਬ੍ਰਹਮੀ ਨਾਮ ਦਾ। ਟਿੱਬੇ ਦਾ ਨਾਮ ਵੀ ਬ੍ਰਹਮੀ ਟਿੱਬਾ ਪੈ ਗਿਆ। ਚਾਕਰ ਜੇ ਵਿਰਾੜ ਗੁਰ ਰਾਖੀ ਮਿਲੇ ਆਪਸ ਮੇਂ ਮੂਰਖ ਭਾਖੀ। ਕਹਿੰਦੇ ਇੱਥੇ ਆ ਕੇ ਬਰਾੜਾਂ ਦੇ ਦਿਮਾਗ ਦੇ ਵਿੱਚ ਕੁਝ ਗੱਲ ਆਈ ਆ। ਧਰਤੀ ਦਾ ਫਰਕ ਹੁੰਦਾ ਹੈ। ਕਈ ਵਾਰੀ ਨਾ ਬੰਦਾ ਕਿਸੇ ਜਗ੍ਹਾ ਤੇ ਜਾ ਕੇ ਦਿਮਾਗ ਹੋਰ ਹੁੰਦਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਦਿਮਾਗ ਹੀ ਬਦਲ ਜਾਂਦਾ ਬੰਦੇ ਦਾ। ਕਹਿੰਦੇ ਇਸ ਇਲਾਕੇ ਦੇ ਵਿੱਚ ਆਏ ਤੇ ਬਰਾੜਾਂ ਦੇ ਦਿਮਾਗ ਵਿੱਚ ਕੁਝ ਗੱਲ ਚੱਲੀ ਹੈ। ਇਹ ਆਪਸ ਵਿੱਚ ਕੁਝ ਸੋਚਣ ਲੱਗੇ ਹਨ। ਗੁਰਤੇ ਕਿਉਂ ਨਾ ਚਾਕਰੀ ਲੈਤੇ ਬਿਨੇ ਕਠੋਰ ਬਿਨੇ ਨ ਦੇਤੇ। ਔਰ ਕੀ ਸਲਾਹਾਂ ਕਰਦੇ ਆ ਕੁਝ ਬਰਾੜ ਫੌਜਾਂ ਦੇ ਵਿੱਚੋਂ। ਕਹਿੰਦੇ ਯਾਰ ਆਪਾਂ ਗੁਰੂ ਤੋਂ ਤਨਖਾਹ ਮੰਗੀਏ, ਥੋੜ੍ਹੇ ਜਿਹੇ ਸਖਤ ਹੋਈਏ, ਥੋੜ੍ਹੇ ਜਿਹੇ ਕਠੋਰ ਹੋਈਏ, ਭਾਵ ਕਹੀਏ ਪਾਤਸ਼ਾਹ ਨੂੰ ਵੀ ਸਾਨੂੰ ਤਨਖਾਹਾਂ ਦਿਓ, ਐਵੇਂ ਨਹੀਂ ਦੇਣੀਆਂ ਤਨਖਾਹਾਂ। ਪੂਰਬ ਕਈ ਬਾਰ ਤੁਮ ਚਾਚੀ ਦੇਹ ਗਿਰਾ ਉਬਾਚੀ। ਔਰ ਦੂਸਰੇ ਸਾਥੀਆਂ ਨੂੰ ਕਹਿੰਦੇ ਤੁਸੀਂ ਕਈ ਵਾਰੀ ਪਿਆਰ ਨਾਲ ਕਹਿ ਕੇ ਦੇਖ ਲਿਆ ਮਹਾਰਾਜ ਸਾਨੂੰ ਤਨਖਾਹ ਦੇ ਦਿਓ, ਤੇ ਬਹਾਨਾ ਮਾਰ ਦਿੰਦੇ ਆ ਕੋਈ ਨਹੀਂ ਦੇਵਾਂਗੇ। ਫਿਰ ਚਿਤ ਕਹੇ ਨਾ ਧਨ ਗੁਰ ਪਾਸਾ ਕਿਮ ਲੈ ਬੇਕੀ ਕਰੋ ਆਸਾ। ਉਹਨਾਂ ਵਿੱਚੋਂ ਕੁਝ ਬਰਾੜ ਕਹਿੰਦੇ ਯਾਰ ਗੁਰੂ ਕੋਲ ਪੈਸੇ ਤਾਂ ਹੈ ਨਹੀਂ ਹੁਣ, ਤੇ ਆਪਾਂ ਨੂੰ ਕਿੱਥੋਂ ਦੇਣਗੇ, ਆਪਾਂ ਕਿਵੇਂ ਲਈਏ ਜੀ। ਠਹਿਰੇਗੀ ਜਬ ਕਿਸ ਸਥਾਨਾ ਸੰਗਤ ਆਵੇ ਮੇਲ ਮਹਾਨਾ। ਕੋਈ ਗੱਲ ਨਹੀਂ, ਕਾਹਲੀ ਨਾ ਕਰੋ, ਕਿਤੇ ਜਾ ਕੇ ਪਾਤਸ਼ਾਹ ਦੀਵਾਨ ਸਜਾਉਣਗੇ ਔਰ ਫਿਰ ਰੁਕਣਗੇ, ਸੰਗਤ ਆਵੇਗੀ ਤਾਂ। ਹਰ ਪੇ ਦਰਬ ਦੇਂਗੇ ਸੋਈ ਇਹਾਂ ਉਜਾਰ ਕਹਾਂ ਤੇ ਹੋਈ। ਔਰ ਸੰਗਤ ਮੱਥਾ ਟੇਕੋਗੀ ਫਿਰ ਆਪੇ ਆਪਾਂ ਨੂੰ ਦੇ ਦੇਣਗੇ ਤਨਖਾਹ। ਸੁਣ ਕੇ ਕੀਚਤ ਬਾਗ ਬਖਾਨੈ ਹਮ ਤੋ ਔਰ ਕਛੂ ਨਹਿ ਜਾਣੈ। ਔਰ ਉਹਨਾਂ ਵਿੱਚੋਂ ਕੁਝ ਬਰਾੜ ਕਹਿੰਦੇ ਨਹੀਂ ਯਾਰ ਇਹਨਾਂ ਕੋਲੇ ਪੈਸਿਆਂ ਦਾ ਤੋੜਾ ਥੋੜਾ ਹੀ ਆ, ਆਪੇ ਦੇਣਗੇ, ਆਪਾਂ ਮੰਗੀਏ। ਅਬ ਤੋ ਇਹਾਂ ਖਰੇ ਕਰ ਲੈ ਹੈ ਲਈ ਬਿਨਾ ਨ ਚਲ ਬੇ ਦੇ ਹੈ। ਔਰ ਆਪਾਂ ਗੁਰੂ ਸਾਹਿਬ ਦਾ ਘੋੜਾ ਫੜ ਕੇ ਰੋਕ ਲਈਏ ਇੱਥੇ ਹੀ, ਔਰ ਕਹਿ ਦਈਏ ਕਿ ਤਨਖਾਹ ਲਏ ਤੋਂ ਬਗੈਰ ਅਸੀਂ ਅੱਗੇ ਨਹੀਂ ਜਾਣ ਦੇਣਾ ਜੀ। ਗੁਰੂ ਕਰਾਮਾਤੀ ਜਗ ਜਾਣੈ ਯਾਤੇ ਲਗ ਦੀਰਘ ਸਭ ਮਾਨੈ। ਔਰ ਫਿਰ ਪਤਾ ਲੱਗੂਗਾ ਜਿਸ ਗੁਰੂ ਨੂੰ ਛੋਟੀ ਵੱਡੀ ਸਾਰੀ ਦੁਨੀਆ ਮੰਨਦੀ ਹੈ, ਇਹਦੀ ਕਰਾਮਾਤ ਦਾ। ਜਬ ਟਿਕਾਏ ਲੈਂਗੇ ਯਹਾਂ ਤਬ ਹਮਕੋ ਤਨ ਦੇ ਹੈ ਵਹਾਂ। ਔਰ ਜਦੋਂ ਆਪਾਂ ਰੋਕ ਲਿਆ ਘੋੜੇ ਦੀਆਂ ਲਗਾਮਾਂ ਫੜ ਕੇ ਤੇ ਕਹਿ ਦਿੱਤਾ ਵੀ ਸਾਨੂੰ ਇੱਥੇ ਹੀ ਤਨਖਾਹ ਦਿਓ, ਤੇ ਫਿਰ ਜ਼ਰੂਰ ਦੇਣਗੇ। ਨਤ ਹੈ ਅਪਰ ਵਾਰਤਾ ਖੋਟੀ ਹਮਰੀ ਹੱਦ ਇਹਾਂ ਜਗ ਕੋਟੀ। ਤੇ ਮਿੱਤਰੋ ਗਾਹਾਂ ਆ ਗਈ ਭਾਗੋ ਕੀ ਹੱਦ। ਆ ਜਿਹੜਾ ਇਲਾਕਾ ਹੈ ਨਾ, ਜਿਵੇਂ ਦਮਦਮਾ ਸਾਹਿਬ ਤਲਵੰਡੀ, ਇਹ ਭਾਗੋ ਕੀ ਵੱਜਦੀ ਹੈ। ਤਾਂ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦੇ ਇਲਾਕੇ ਵੰਡੇ ਹੁੰਦੇ ਸੀਗੇ। ਉਹ ਬਰਾੜਾਂ ਦੀ ਹੱਦ ਉੱਥੇ ਸਮਾਪਤ ਹੁੰਦੀ ਸੀ, ਭਾਗੋ ਕੀ ਆਰੰਭ ਹੁੰਦੀ ਸੀ। ਕਹਿੰਦੇ ਜਾਂ ਤਾਂ ਇੱਥੇ ਪੈਸੇ ਦੇਣਗੇ ਕਿਉਂਕਿ ਇਦੋਂਗਾ ਸਾਡੀ ਹੱਦ ਵੀ ਖਤਮ ਹੁੰਦੀ ਹੈ। ਸਭ ਬਿਦ ਦੇ ਹੈ ਜੋਰ ਹਮਾਰਾ ਚਾਹੇ ਕਰੇ ਔਰ ਨਾ ਰਖਵਾਰਾ। ਔਰ ਸਾਡੀ ਹੁਣ ਤਾਂ ਜ਼ੋਰ ਚੱਲਦਾ ਹੈ। ਦੇਖੋ ਨਾ ਆਪਾਂ ਨਾਲ ਰਹਿੰਦੇ ਹਾਂ, ਰਾਖੀ ਕਰਦੇ ਹਾਂ, ਫੌਜਾਂ ਲੈ ਕੇ ਨਾਲ ਰਹਿੰਦੇ ਹਾਂ, ਤੇ ਉਹ ਜ਼ਰੂਰ ਆਪਾਂ ਨੂੰ ਤਨਖਾਹ ਦੇਣਗੇ ਜੇ ਚਾਹੇ ਇਹਨਾਂ ਦੇ ਨਾਲ ਰਹੀਏ ਚਾਹੇ ਨਾ ਰਹੀਏ। ਫਿਰ ਜੇ ਨਹੀਂ ਦੇਣਗੇ ਸਾਬੋ ਕੀ ਹੱਦ ਅਹੇ ਅਗਾਰੀ ਅਬੇ ਪਰਵੇਸ਼ੇ ਤਿਸੇ ਮਜਾਰੀ। ਐਦੂਗਾ ਸਾਬੋ ਕੀ ਹੱਦ ਆਰੰਭ ਹੋ ਜਾਂਦੀ ਹੈ। ਇਸ ਕਰਕੇ
ਇਦੂਗਾ ਆਪਾਂ ਜਾਈਏ ਜਾਂ ਨਾ ਜਾਈਏ, ਇੱਥੇ ਤਨਖਾਹ ਲਈਏ ਪਹਿਲਾਂ। ਡੱਲਾ ਮਿਲੇ ਆਨ ਬਲ ਭਾਰੀ, ਸੋ ਪਟ ਸੈਕਰੇ ਬਾਕ ਮਚਾਰੀ। ਔਰ ਭਾਰੀ ਬਲਵਾਨ ਡੱਲਾ ਆ ਕੇ ਆਪੇ ਇਹਨਾਂ ਨੂੰ ਮਿਲੇਗਾ, ਜਿਹਦੇ ਨਾਲ ਸੈਂਕੜੇ ਫੌਜਾਂ ਰਹਿੰਦੀਆਂ, ਆਪੇ ਡੱਲਾ ਇਹਨਾਂ ਦੇ ਨਾਲ ਰਹੇਗਾ। ਮੁੜ ਕੇ ਆਪਾਂ ਆਪਣੀ ਹੱਦ ਤੋਂ ਗਾਹਾਂ ਨਹੀਂ ਜਾਣਾ। ਕਰੋ ਜੋਰ ਸੋ ਚਲਨਾ ਦੇ ਹੈ, ਬਹੁਰ ਚਾਕਰੀ ਮੁਸ਼ਕਲ ਪੈ ਹੈ। ਔਰ ਜੇ ਇਹ ਭਾਗੋ ਕੀ ਹੱਦ ਵਿੱਚ ਵੜ ਗਏ, ਮੁੜ ਕੇ ਆਪਾਂ ਨੂੰ ਤਨਖਾਹ ਨਹੀਂ ਮਿਲਣੀ। ਆਪਾਂ ਇੱਥੇ ਹੀ ਇਹਨਾਂ ਤੋਂ ਤਨਖਾਹ ਮੰਗੀਏ, ਜ਼ੋਰ ਨਾਲ ਕਹਿਣਾ ਕਰੀਏ। ਭਲੀ ਬਾਤ ਗੁਰ ਲਿਓ ਅਟਕਾਈ, ਇੱਕ ਇੱਕ ਦਿਨ ਕੋ ਧਨ ਲਿਓ ਪਾਈ। ਔਰ ਇਹ ਚੰਗੀ ਗੱਲ ਹੈ, ਗੁਰੂ ਜੀ ਨੂੰ ਅਟਕਾ ਲਓ, ਇੱਕ ਇੱਕ ਦਿਨ ਦਾ ਧਨ ਪ੍ਰਾਪਤ ਕਰ ਲਵੋ ਇਹਨਾਂ ਕੋਲੋਂ। ਉਹਨੇ ਸਮਾ ਜਬ ਕਨੋ ਬਿਤਾਵੈ, ਗੁਰ ਤੇ ਦਰਬ ਚਾਕਰੀ ਪਾਵੈ। ਚੱਲ ਬਾਹਲਾ ਨਹੀਂ ਤਾਂ ਇੱਕ ਇੱਕ ਦਿਨ ਦੇ ਪੈਸੇ ਦੇਣਗੇ ਆਪਾਂ ਨੂੰ। ਜਦੋਂ ਕਿਤੇ ਬਹੁਤੇ ਪੈਸੇ ਆ ਜਾਣਗੇ ਫਿਰ ਸਾਰੀ ਲੈ ਲਵਾਂਗੇ। ਇਹ ਮਸਲਤ ਮਿਲ ਮੂਡ ਪਕਾਈ, ਗੁਰ ਮਹਿਮਾਨਾ ਲਖੀ ਅਧਿਕਾਰੀ। ਕਿਉਂ ਇਹਨਾਂ ਮੂਰਖਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਹੈ, ਗੁਰੂ ਦੀ ਮਹਿਮਾ ਨੂੰ ਨਾਲ ਰਹਿੰਦੇ ਹੋਏ ਵੀ ਸਮਝ ਨਹੀਂ ਸਕੇ। ਦਾਨ ਸਿੰਘ ਇੱਕ ਵਾਰ ਹਟਾਈ, ਇਮਨ ਲਿਓ ਬੁਰਾ ਹੋਈ ਜਾਏ। ਭਾਈ ਦਾਨ ਸਿੰਘ ਜੀ ਕਹਿਣ ਲੱਗੇ, ਐ ਨਾ ਕਰੋ, ਗੁਰੂ ਦੇ ਨਾਲ ਏਦਾਂ ਨਹੀਂ ਵਰਤੀਦਾ ਹੁੰਦਾਗਾ, ਆਪਣਾ ਨੁਕਸਾਨ ਹੋ ਜਾਵੇਗਾ। ਆਤਨ ਜੋਰ ਜਾਚ ਨਾ ਕਰੀਏ, ਖਰਚ ਦਿਓ ਕਰ ਪਠੇ ਵਿਚਰੀਏ। ਆਪਾਂ ਧੱਕੇ ਨਾਲ ਨਹੀਂ ਕਹਿਣਾਗਾ, ਹੱਥ ਬੰਨ ਕੇ ਬੇਨਤੀ ਕਰਾਂਗੇ, ਜੀ ਥੋੜਾ ਬਹੁਤਾ ਖਰਚਾ ਦੇ ਦਿਓ ਘਰੇ ਭੇਜਣ ਲਈ। ਜਿਸ ਤੇ ਖਾਣ ਪਾਣ ਸਭ ਹੋਏ, ਅਪਰ ਆਮਦਨ ਰਹੀ ਨਾ ਕੋਈ। ਸਾਨੂੰ ਹੋਰ ਤਾਂ ਕੋਈ ਆਮਦਨ ਨਹੀਂ, ਤੁਹਾਡੇ ਤੇ ਹੀ ਆਸ ਹੈ ਸਾਡੀ, ਇਸ ਕਰਕੇ ਸਾਨੂੰ ਥੋੜਾ ਬਹੁਤਾ ਖਰਚਾ ਦੇ ਦਿਓ। ਆਪਾਂ ਹੱਥ ਬੰਨ ਕੇ ਮੰਗੀਏ, ਐ ਘੋੜੇ ਦੀਆਂ ਲਗਾਮਾਂ ਫੜ ਕੇ ਮੰਗਣਾ ਕਿਤੇ ਚੰਗਾ ਲੱਗਦਾ। ਜੈ ਸਤਿਗੁਰ ਨਾਹਿ ਨ ਰਾਖੈ, ਸਮ ਸੋਲੇ ਬੁਰਾ ਨ ਭਾਖੈ। ਇਸ ਤਰ੍ਹਾਂ ਪਿਆਰ ਦੇ ਨਾਲ ਉਹ ਸਾਨੂੰ ਜ਼ਰੂਰ ਦੇ ਦੇਣਗੇ, ਨਾਲੇ ਬਣੀ ਰਹੂਗੀ, ਨਹੀਂ ਤਾਂ ਬੁਰੀ ਪੈ ਜਾਣੀ ਆ, ਉਲਟੀ ਪੈ ਜਾਣੀ ਆ ਗੱਲ। ਦਾਨ ਸਿੰਘ ਤੇ ਸੁਨ ਬੈਰਾੜ, ਨਹਿ ਮਾਨੇ ਚੈ ਕਰਨ ਬਿਗਾੜ। ਔਰ ਦੂਜੇ ਬਰਾੜ ਕਹਿੰਦੇ, ਛੱਡੋ ਯਾਰ, ਤੂੰ ਤਾਂ ਬਾਬੇ ਮਗਰ ਲੱਗਿਆ ਹੋਇਆ, ਅਸੀਂ ਤਾਂ ਹੁਣੇ ਹੀ ਤਨਖਾਹ ਮੰਗਾਂਗੇ ਸਾਰੀ। ਆਪਣੀ ਹੱਦ ਵਿਖੇ ਹਮ ਲੈ ਹੈ, ਆਗੇ ਗਏ ਨਹੀਂ ਕਿਮਦਾ ਹੈ। ਬਸ ਇੱਥੋਂ ਤੱਕ ਸਾਡੀ ਹੱਦ ਹੈ, ਇਦੂਗਾ ਜਾ ਕੇ ਗੁਰੂ ਨੇ ਆਪਾਂ ਨੂੰ ਕੋਈ ਪੈਸਾ ਨਹੀਂ ਦੇਣਾ, ਕਿਵੇਂ ਲਵਾਂਗੇ। ਇਹਾਂ ਜੋਰ ਹਮਰੋ ਅਬ ਚੱਲੈ, ਜਾਚੇ ਦਰਬ ਸਰਬ ਹੀ ਮਿਲੈ। ਇੱਥੇ ਤਾਂ ਹੁਣ ਆਪਣਾ ਜ਼ੋਰ ਚੱਲ ਸਕਦਾ ਹੈ, ਆਪਣੀ ਹੱਦ ਵਿੱਚ ਖੜੇ ਹਾਂ, ਔਰ ਮੰਗਾਂਗੇ ਤੇ ਜ਼ਰੂਰ ਮਿਲੇਗਾ। ਕਰ ਮਸਲਤ ਇਕੱਠੇ ਹੋਏ ਫੇਰ, ਤਜ ਤੁਰੰਗ ਗਏ ਗੁਰੂ ਅਗੀਰ। ਇਉਂ ਉਹ ਉੱਚੇ ਟਿੱਬੇ ਕੋਲ ਖੜੇ ਹਨ, ਔਰ ਸਲਾਹਾਂ ਕਰਕੇ ਤੇ ਆਪਣੇ ਘੋੜਿਆਂ ਨੂੰ ਛੱਡ ਕੇ ਜਿੱਥੇ ਮੇਰੇ ਪ੍ਰੀਤਮ ਖੜੇ ਆ ਉਹਨਾਂ ਦੇ ਕੋਲ ਝੜੇ ਗਏ। ਕਰੇ ਗਏ ਆਗੇ ਸੁਮਦਾਈ, ਦੇਹੋ ਚਾਕਰੀ ਸਭ ਹਮਤਾਈ। ਔਰ ਘੋੜੇ ਦੇ ਮੂਹਰੇ ਖੜ ਕੇ ਜਾ ਕੇ ਪਾਤਸ਼ਾਹ ਦੇ ਅੱਗੇ ਜਾ ਖੜੇ, ਕਹਿੰਦੇ ਜੀ ਗੱਲ ਸੁਣ ਲਓ ਸਾਡੀ ਇੱਕ। ਪਾਤਸ਼ਾਹ ਕਹਿੰਦੇ ਦੱਸੋ। ਮਹਾਰਾਜ ਸਾਨੂੰ ਤਨਖਾਹ ਦਿਓ ਸਾਰੀ। ਬਿਗਰੇ ਬ੍ਰਿੰਦ ਬਿਰਾੜ ਜੜ, ਗੁਰ ਹੈ ਕੀ ਕਹਿ ਭਾਗ। ਔਰ ਜਦੋਂ ਸਤਿਗੁਰਾਂ ਨੇ ਵੇਖਿਆ ਕਿ ਮੂਰਖ ਬਰਾੜ ਜਿਹੜੇ ਹਨ ਇਹਨਾਂ ਦੇ ਮੱਤ ਵਿਗੜ ਚੁੱਕੀ ਹੈ, ਸਤਿਗੁਰਾਂ ਨੇ ਘੋੜੇ ਦੀ ਵਾਗ ਆਪਣੇ ਹੱਥ ਵਿੱਚ ਫੜੀ ਹੈ। ਖਰੇ ਗਏ ਬੋਲੇ ਬੇਮੁਖ, ਜਿਨ ਕੇ ਸ਼ੁਭ ਨੇ ਭਾਗ। ਔਰ ਨਾਲ ਹੀ ਉਹਨਾਂ ਨੇ ਜਿਹੜੀ ਬਾਂਗ ਸਤਿਗੁਰਾਂ ਨੇ ਆਪਣੇ ਹੱਥ 'ਚ ਫੜੀ ਹੋਈ ਸੀ ਸਿਰਾ, ਤੇ ਘੋੜੇ ਦੇ ਮੂੰਹ ਕੋਲੋਂ ਉਹਨਾਂ ਨੇ ਫੜ ਲਈ ਆ। ਕਹੋ ਸਤਿਨਾਮ। ਖੜ ਕੇ ਘੋੜੇ ਦੀਆਂ ਵਾਂਗਾਂ ਫੜ ਕੇ ਕਹਿਣ ਲੱਗੇ, ਸਾਨੂੰ ਇੱਥੇ ਹੀ ਤਨਖਾਹ ਦਿਓ। ਤੇ ਜਾਨੀ ਜਾਨ ਸਤਿਗੁਰੂ ਵੀ ਸਮਝ ਗਏ ਕਿ ਇਹ ਮੂਰਖ ਹਨ ਜੋ ਸਾਡੇ ਨਾਲ ਵਿਗੜਨਾ ਚਾਹੁੰਦੇ ਹਨ। ਚੌਪਈ ਦੇਹੋ ਚਾਕਰੀ ਪ੍ਰਭੂ ਹਮਾਰੀ, ਪਨੇ ਗਮਨ ਕੋ ਕਰੋ ਅਗਾਰੀ। ਔਰ ਮਹਾਰਾਜ ਗੱਲ ਸੁਣ ਲਓ, ਸਾਡੀ ਤਨਖਾਹ ਦਿਓ, ਇੱਥੋਂ ਤੱਕ ਸਾਡੀ ਹੱਦ ਆ ਗਈ ਆ, ਫਿਰ ਤੁਸੀਂ ਇਦੋਂ ਅੱਗੇ ਜਾਣਾ ਹੈ ਜੀ। ਕਰੀ ਨੌਕਰੀ ਕਿਤਕ ਮਹੀਨੇ, ਨਹੀਂ ਰਜਤ ਬਨ ਰਾਵਣ ਦੀਨੇ। ਔਰ ਸਾਨੂੰ ਕਈ ਮਹੀਨੇ ਹੋ ਗਏ ਤੁਹਾਡੇ ਨਾਲ ਰਹਿੰਦਿਆਂ ਨੂੰ, ਆਪ ਜੀ ਨੇ ਸਾਨੂੰ ਕੋਈ ਚਾਂਦੀ ਦਾ ਰੁਪਈਆ ਵੀ ਨਹੀਂ ਦਿੱਤਾ। ਰੱਬ ਪਟਿਓ ਚੈ ਨਿਜ ਕਰਮਾਹੀ, ਸਕਲ ਕੁਟੰਬ ਅਨ ਲੇਖਾਹੀ। ਤੇ ਜੇ ਤੁਸੀਂ ਸਾਨੂੰ ਤਨਖਾਹ ਦੇ ਦਿਓ ਤਾਂ ਅਸੀਂ ਆਪਣੇ ਘਰੇ ਭੇਜ ਦਈਏ, ਪਰਿਵਾਰ
ਦਾਣਾ ਪਾਣੀ ਖੁਰਾਕ ਰਾਸ਼ਨ ਆਦि ਲੈ ਲਵੇ ਜੇ। तो प्रतीकत है परिवारा हम खाटे सो करे आहारा। ਤੇ ਸਾਡੇ ਪਰਿਵਾਰਾਂ ਦੀਆਂ ਨਿਗਾਹਾਂ ਸਾਡੇ ਵੱਲ ਲੱਗੀਆਂ ਹਨ, ਉਹ ਕਿੱਥੋਂ ਖਾਣ, ਅਸੀਂ ਤਾਂ ਤੁਹਾਡੇ ਨਾਲ ਫਿਰਦੇ ਹਾਂ। सुन गुर कहो नाशी कर करीजै दिन दिन को तन गिन गिन लीजै। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਹਰੇਕ ਦਿਨ ਦਾ ਭਾਵ ਪੂਰੀ ਪੂਰੀ ਤਨਖਾਹ ਦੇਵਾਂਗਾ, ਇੱਕ ਇੱਕ ਦਿਨ ਦੀ, ਪਰ ਕਾਹਲੀ ਨਾ ਕਰੋ। सदन पठावो देर न कोई डेरा जय मुकाम हम होई। ਕੋਈ ਨਹੀਂ, ਅੱਗੇ ਚੱਲਦੇ ਆ, ਕਿਤੇ ਡੇਰਾ ਕਰਦੇ ਆ, ਕਿਤੇ ਉਤਾਰਾ ਕਰਾਂਗੇ, ਸੰਗਤਾਂ ਆਉਣਗੀਆਂ, ਪੈਸਾ ਆ ਜਾਣਾ ਦੇ ਦੇਾਂਗੇ। आगे रोग करे होए रहे पुण्य विराट बृंद मिल कहे। ਪਰ ਇਹਨਾਂ ਨੇ ਘੋੜੇ ਦੀ ਵਾਂਗ ਨਾ ਛੱਡੀ, ਅੱਗੋਂ ਪਾਸੇ ਨਾ ਹੋਏ, ਫਿਰ ਕਹਿੰਦੇ ਇਕੱਠੇ ਹੋ ਕੇ पूर्व जाचा कर कर ले हो दह हो दिन प्रत कहो। ਕਹਿਣ ਲੱਗੇ ਤੁਹਾਨੂੰ ਪਹਿਲਾਂ ਵੀ ਅਸੀਂ ਕਿੰਨੀ ਵਾਰੀ ਕਿਹਾ ਮਹਾਰਾਜ ਸਾਨੂੰ ਤਨਖਾਹ ਦੇ ਦਿਓ, ਤਨਖਾਹ ਦੇ ਦਿਓ, ਪਰ ਤੁਸੀਂ ਆਈ ਕਹਿ ਕੇ ਟਾਲ ਦਿੰਦੇ ਹੋ, ਦੇਵਾਂਗੇ ਦੇਵਾਂਗੇ, ਦਿਨ ਪ੍ਰਤੀ ਅਸੀਂ ਰੋਜ਼ ਤੁਹਾਨੂੰ ਕਹਿਣੇ ਆ, ਤੁਸੀਂ ਦਿੰਦੇ ਹੀ ਨਹੀਂ। हटी न आज लिए बिन जानो इसमें हेत और एक मानो। ਔਰ ਇਸ ਕਰਕੇ ਅੱਜ ਤਾਂ ਅਸੀਂ ਤਨਖਾਹ ਲੈਣੀ ਲੈਣੀ ਆ, ਅੱਜ ਨਹੀਂ ਅਸੀਂ ਪਾਸੇ ਹਟਦੇ ਘੋੜੇ ਤੋਂ ਤੁਹਾਡੇ ਅੱਗੋਂ, ਸਾਨੂੰ ਤਨਖਾਹ ਦਿਓ। ਤੇ ਦੂਸਰੀ ਇੱਕ ਹੋਰ ਗੱਲ ਵੀ ਹੈ, इसी थान लग हद हमारी जिसते जाचत है हट तारी। ਇਦੋਂ ਗਾ ਸਾਡਾ ਇਲਾਕਾ ਨਹੀਂ ਹੈ, ਇੱਥੇ ਸਾਡੀ ਹੱਦ ਆ ਗਈ ਹੈ, ਇਸ ਕਰਕੇ ਅਸੀਂ ਤੁਹਾਡੇ ਕੋਲੋਂ ਅੱਜ ਜ਼ੋਰ ਨਾਲ ਤਨਖਾਹ ਮੰਗਦੇ ਹਾਂ, ਅਸੀਂ ਇਦੋਂ ਅੱਗੇ ਨਹੀਂ ਜਾਣਾ। ऐसा बो की सीम अगेरे यहाँ दियो तन गमनो फेरे। ਇਸ ਕਰਕੇ ਅੱਗੇ ਭਾਗੋ ਕੀ ਸੀਮਾ ਆ ਜਾਂਦੀ ਹੈ, ਭਾਗੋ ਕੀ ਹੱਦ ਆ ਜਾਂਦੀ ਆ, ਸਾਬੋ ਕੀ ਤਲਵੰਡੀ ਆ ਜਾਂਦੀ ਆ। ਇਸ ਕਰਕੇ ਸਾਨੂੰ ਇੱਥੇ ਹੀ ਜਿਹੜਾ ਤਨਖਾਹ ਦਿਓ ਤੇ ਫਿਰ ਅੱਗੇ ਜਾਇਓ। आमते अबे न होत समाई दिए बिना न चलो अगवाई। ਸਾਥੋਂ ਹੁਣ ਨਹੀਂ ਸਮਾਈ ਹੁੰਦੀ, ਸਾਥੋਂ ਹੁਣ ਨਹੀਂ ਰੁਕਿਆ ਜਾਂਦਾ। हमने जान देंगे जानो दैनो दर्ब इसी थल ठानो। ਅਸੀਂ ਤੁਹਾਨੂੰ ਇੱਥੋਂ ਘੋੜਾ ਨਹੀਂ ਤੋਰਨ ਦੇਵਾਂਗੇ, ਹੁਣ ਇੱਥੇ ਹੀ ਤਨਖਾਹ ਲੈ ਕੇ ਫੇਰ ਤੁਰਨ ਦੇਵਾਂਗੇ। ਕਹਿੰਦੇ मुख बनन बाण बैराड बोले बाग मिसाल बिगाड़। ਇਉਂ ਬੇਮੁਖ ਹੋ ਗਏ ਗੁਰੂ ਤੋਂ ਇਹ ਬਰਾੜ, ਐਸੇ ਕਰੜੇ ਸ਼ਬਦ ਬੋਲ ਕੇ ਗੁਰੂ ਦੇ ਨਾਲ ਵੱਡਾ ਵਿਗਾੜ ਪਾਉਣ ਲੱਗੇ ਹਨ। तब श्री मुक्ते तिने बखाना सुनो बिराडो दी कर काना। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚੰਗਾ ਸਾਡੀ ਵੀ ਗੱਲ ਸੁਣ ਲਓ ਕੰਨ ਕਰਕੇ। कह गुर सिक्खी तुम रखी जै कि दो चाकरी हम ते लीजै। ਸਾਡੇ ਕੋਲੇ ਦੋ ਚੀਜ਼ਾਂ ਹਨ, ਇੱਕ ਸਿੱਖੀ, ਗੁਰੂ ਕੀ ਸਿੱਖੀ, ਤੇ ਇੱਕ ਹੈ ਤਨਖਾਹ। ਦੱਸੋ ਤਨਖਾਹ ਲੈਣੀ ਹੈ ਕਿ ਸਿੱਖੀ ਰੱਖਣੀ ਹੈ? कर निर्देश अगरे मिल कहो सिक्खी लहो के धन को लहो। ਦੱਸੋ ਹੁਣੇ ਦੇਵਾਂਗਾ, ਸਿੱਖੀ ਲੈਣੀ ਹੈ ਜਾਂ ਤਨਖਾਹ ਲੈਣੀ ਹੈ? सुन बिराड सलाह करंते दर्ब लोग कोर दे तरंते। ਸਲਾਹ ਕਰ ਲਓ ਸਾਰੇ ਜਣੇ। ਇਹ 2 ਮਿੰਟ ਸਲਾਹ ਕਰਨ ਲੱਗੇ ਪਾਸਿਓ ਕਿਵੇਂ ਕਰੀਏ। ਸਾਰਿਆਂ ਨੇ ਕਿਹਾ ਯਾਰ ਸਿੱਖ ਤਾਂ ਆਪਾਂ ਹੈਗੇ ਹੀ ਆ, ਆਪਾਂ ਪੈਸੇ ਮੰਗੋ। कहे नहीं गुर सिक्खी तरह दर्ब चाकरी लैबो करे। ਕਹਿਣ ਲੱਗੇ ਨਹੀਂ ਯਾਰ ਸਿੱਖੀ ਨੂੰ ਛੱਡੋ, ਸਿੱਖ ਤਾਂ ਆਪਾਂ ਹੈਗੇ ਹੀ ਆ। ਕੋਈ ਸਿੱਖ ਐਦਾਂ ਨਹੀਂ ਕਿ ਵਸਤਰ ਪਹਿਨ ਲੈ ਸਿੱਖਾਂ ਵਾਲੇ ਸਿੱਖ ਬਣ ਗਏ। ਤੀਜੇ ਪਾਤਸ਼ਾਹ ਨੂੰ ਪੁੱਛੋ ਸਿੱਖ ਕਿਹੋ ਜਿਹਾ ਹੁੰਦਾ? ਸਿੱਖ ਹੁੰਦਾ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਰਵੇ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੋ ਕਦੇ ਨ ਪਾਵੇ ਭਾਈ, ਫਿਰ ਪਛੋਤਾਵੇ। ਇਸ ਕਰਕੇ ਸਿੱਖ ਹੁੰਦਾ ਜਿਹੜਾ ਗੁਰਮਤਿ ਅਨੁਸਾਰ ਚੱਲਦਾ, ਗੁਰੂ ਦੇ ਭਾਣੇ ਵਿੱਚ ਰਹਿੰਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੋਚ ਲਓ ਸਿੱਖੀ ਚਾਹੀਦੀ ਹੈ ਕਿ ਤਨਖਾਹ ਚਾਹੀਦੀ ਹੈ? दिए बिना हम जान न दे है जान दे तो पुन कित पै है। ਔਰ ਬਰਾੜ ਸਲਾਹ ਕਰਕੇ ਕਹਿੰਦੇ ਨਹੀਂ ਯਾਰ ਆਪਾਂ ਪੈਸੇ ਲਈਏ, ਪੈਸੇ ਲੈ ਬਿਨਾ ਆਪਾਂ ਟੱਪਣ ਨਹੀਂ ਦੇਣਾ ਇਹਨਾਂ ਨੂੰ ਇੱਥੋਂ। ਜੇ ਇਹ ਆਪਣੀ ਹੱਦ ਤੋਂ ਭਾਗੋ ਕੀ ਹੱਦ ਵਿੱਚ ਵੜ ਗਏ, ਸਾਬੋ ਕੀ ਹੱਦ ਵਿੱਚ ਵੜ ਗਏ,
ਤਾਂ ਫਿਰ ਅਸੀਂ ਜਿਹੜਾ ਹੈ ਤਨਖਾਹ ਨਹੀਂ ਲੈ ਸਕਦੇ। ਕਹੇ ਨਹੀਂ ਗੁਰ ਸਿੱਖੀ ਧਰੈ ਦਰਬ ਚਾਕਰੀ ਲੈਬੋ ਕਰੈ। ਆਪਾਂ ਗੁਰੂ ਤੋਂ ਮਾਇਆ ਹੀ ਲਈਏ। ਇਹ ਬਿਨਾ ਹਮ ਜਾਣਦ ਹੈ ਜਾਣਦੇ ਤੋ ਪੁਨ ਕਿਤ ਪੈ ਹੈ। ਜੇ ਅੱਜ ਚਲੇ ਗਏ ਤੇ ਫੇਰ ਨਹੀਂ ਲੱਭਣੇ। ਦਰਬ ਚੋਰ ਸਿੱਖੀ ਕਿਮ ਧਾਰੇ ਕਰਤ ਚਾਕਰੀ ਵਿਚਰੇ ਸਾਰੇ। ਇੰਨੇ ਮਹੀਨੇ ਹੋ ਗਏ ਆਪਾਂ ਨੂੰ ਨਾਲ ਰਹਿੰਦਿਆਂ ਨੂੰ, ਹੁਣ ਪੈਸੇ ਛੱਡ ਕੇ ਆਪਾਂ ਸਿੱਖੀ ਦਾ ਕੀ ਕਰਨਾ। ਅਵਰ ਹੱਦ ਹਮ ਹਾਥ ਨ ਆਵੈ ਆਪਨ ਸੀਮ ਯਾਤੇ ਅਟਕਾਵੈ। ਇੱਥੇ ਆਪਣੀ ਹੱਦ ਆ ਗਈ ਹੈ। ਜੇ ਭਾਗੋ ਕੀ ਹੱਦ ਵਿੱਚ ਵੜ ਗਏ, ਸਾਬੋ ਕੀ ਹੱਦ ਵਿੱਚ ਵੜ ਗਏ ਤੇ ਫਿਰ ਆਪਾਂ ਨੂੰ ਇਹਨਾਂ ਨੇ ਕੁਛ ਨਹੀਂ ਦੇਣਾਗਾ। ਇੱਥੇ ਹੀ ਲਓ। ਸੁਣ ਸ਼੍ਰੀ ਪ੍ਰਭ ਨਿਜ ਤੁਨੁਕ ਸੰਭਾਰਾ ਸਰਬ ਬਗਰਾਏ ਗਗਨ ਕੁਮਾਰਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਜੀ ਸਾਨੂੰ ਤਾਂ ਪੈਸੇ ਦਿਓ, ਤਨਖਾਹ ਦਿਓ। ਇੱਥੇ ਹੀ ਇਹ ਹੱਦ ਸਾਡੀ ਆ ਗਈ ਹੈ। ਇਦੂਗਾ ਭਾਗੋ ਕੀ ਸਾਬੋ ਕੀ ਹੱਦ ਹੈ, ਇਸ ਕਰਕੇ ਸਾਨੂੰ ਇੱਥੇ ਹੀ ਤਨਖਾਹ ਦਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਠੀਕ ਹੈ। ਪਾਤਸ਼ਾਹ ਨੇ ਕਹਿੰਦੇ ਮੋਢੇ ਤੋਂ ਧਨੁੱਖ ਲਾਹਿਆ ਹੈ ਔਰ ਇੱਕ ਤੀਰ ਕੱਢਿਆ ਹੈ ਜੀ। ਤੁਰਤ ਕਟਾ ਕਨ ਕੀ ਹੋਇਆਈ ਬਹੀ ਬਾਉ ਊਚੇ ਗਜਰਾਈ। ਔਰ ਸਤਿਗੁਰਾਂ ਨੇ ਐਸਾ ਜੋਸ਼ ਵਿੱਚ ਆ ਕੇ ਤੀਰ ਉੱਪਰ ਛੱਡਿਆ ਜਦੋਂ, ਤੇ ਗੁਰੂ ਪਿਆਰਿਓ ਆਕਾਸ਼ਾਂ ਦੇ ਵਿੱਚ ਨਾ ਤੁਰੰਤ ਹੀ ਘਟਾਵਾਂ ਆ ਗਈਆਂ। ਕਾਲੀ ਬੋਲੀ ਘਟਾ ਆ ਗਈ ਹੈ, ਤੇਜ਼ ਹਵਾ ਚੱਲੀ ਹੈ। ਕਰਕਾ ਬਰਕੇ ਜਾਲ ਵਿਸਾਲਾ ਅੰਗਨ ਲਾਗੇ ਚੋਟ ਕਰਾਲਾ। ਔਰ ਕਰਕਾ ਕਹਿੰਦੇ ਆ ਗੜਿਆਂ ਨੂੰ, ਭਾ ਮੀਂਹ ਲੈ ਪਿਆ, ਗੜੇ ਡਿੱਗਣ ਲੱਗੇ, ਸਰੀਰ ਤੇ ਸੱਟ ਵੱਜਣ ਲੱਗੀ। ਔਰ ਭਰੀ ਬਰਖਾ ਹੋਏ ਬਾਰੀ ਪਿੱਖ ਬਿਰਾੜ ਭਾਜੇ ਇੱਕ ਵਾਰੀ। ਜਦੋਂ ਬਰਖਾ ਤੇਜ਼ ਹੋ ਗਈ ਤੇ ਬਰਾੜ ਹੁਣ ਆਪਣੇ ਆਪ ਨੂੰ ਗੜਿਆਂ ਤੋਂ ਬਚਾਉਣ ਵਾਸਤੇ ਇੱਧਰ ਉੱਧਰ ਭੱਜਣ ਲੱਗੇ। ਸਾਗਨ ਬਿਟਪ ਕੇ ਤਰੇ ਖਰੇ ਹੈ ਲੇ ਕਰਨੇ ਚ ਓਟ ਥਿਰੇ ਹੈ। ਔਰ ਦਰਖਤਾਂ ਦੇ ਥੱਲੇ ਜਾ ਕੇ ਖੜੇ ਗੜਿਆਂ ਤੋਂ ਬਚਣ ਵਾਸਤੇ ਦਰਖਤਾਂ ਦਾ ਓਟ ਲੈ ਕਰਕੇ ਉਹਦੇ ਥੱਲੇ ਜਾ ਕਲੇ। ਸਿੰਘਨ ਨੇ ਕੰਬਰ ਪਰਤਾਨੇ ਸਤਿਗੁਰ ਕੇ ਸਿਰ ਪਰ ਠਹਿਰਾਨੇ। ਔਰ ਬਰਾੜਾਂ ਤੋਂ ਬਗੈਰ ਸਤਿਗੁਰਾਂ ਨਾਲ ਹੋਰ ਵੀ ਫੌਜ ਸੀਗੀ ਜਿਹੜੀ ਪਿਆਰ ਕਰਨ ਵਾਲੀ ਸੀ। ਉਹਨਾਂ ਨੇ ਉਸੇ ਵੇਲੇ ਕੰਬਲ ਲਏ ਤੇ ਦੂਰੇ ਕਰਕੇ ਸਤਿਗੁਰਾਂ ਦੇ ਉੱਪਰ ਕਰ ਦਿੱਤੇ ਹਨ। ਸ੍ਰੀ ਪ੍ਰਭ ਖਪਰਾ ਹੱਥ ਨਿਕਾਰਾ ਨਿਜ ਤਰੰਗ ਕੇ ਸਿਰ ਪਰ ਧਾਰਾ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਵਿੱਚ ਖਪਰਾ ਤੀਰ ਫੜਿਆ ਹੋਇਆ ਹੈ, ਘੋੜੇ ਦੇ ਸਿਰ ਤੇ ਰੱਖ ਦਿੱਤਾ। ਭਾਵ ਉਹਦੇ ਵੀ ਸਿਰ ਤੇ ਗੜੇ ਨਾ ਵੱਜਣ। ਚੌੜਾ ਪਿੱਪਲ ਦੇ ਪੱਤੇ ਵਾਂਗੂ ਤੀਰ ਹੁੰਦਾ, ਉਹਨੂੰ ਖਪਰਾ ਤੀਰ ਕਹਿੰਦੇ ਆ। ਚੌੜਾ ਤੀਰ ਪਾਤਸ਼ਾਹ ਨੇ ਹੱਥ ਵਿੱਚੋਂ ਕੱਢ ਕੇ ਘੋੜੇ ਦੇ ਮੱਥੇ ਦੇ ਉੱਤੇ ਰੱਖਿਆ ਹੈ। ਕਰਕਾ ਲਗਿਓ ਨਾ ਹੈ ਪਰ ਕੋਈ ਖਰੇ ਰਹੇ ਤਿਸ ਥਲ ਥਿਰ ਹੋਈ। ਔਰ ਇਸ ਤਰ੍ਹਾਂ ਆਪਣੇ ਘੋੜੇ ਨੂੰ ਵੀ ਗੜਿਆਂ ਤੋਂ ਬਚਾਇਆ ਤੇ ਸਿੰਘਾਂ ਨੇ ਸਤਿਗੁਰਾਂ ਦੇ ਉੱਪਰ ਕੰਬਲ ਤਾਣ ਦਿੱਤਾ ਹੈ। ਘੋੜੇ ਤੇ ਵੀ ਗੜੇ ਵੱਜਣ ਤੋਂ ਬਚਾਉਣਾ ਕੀਤਾ ਹੈ। ਕੋਸ ਕੋਸ ਚੌਗਿਰ ਦੇਵਾਹਾ ਕਰਕਾ ਜੁਤ ਬਰਖਿਓ ਜਲਤਾਹਾ। ਜਿੱਥੇ ਸਤਿਗੁਰੂ ਖੜੇ ਆ ਚਾਰ ਛਪੇਰੇ ਕੋ ਤੱਕ ਕਹਿੰਦੇ ਬੜਾ ਮੀਂਹ ਪਿਆ, ਗੜੇ ਡਿੱਗੇ। ਇਸ ਥਲ ਹੀ ਡੇਰਾ ਕਰ ਦਿਓ ਸਭ ਵੀਰ ਪਾਛਲ ਕੋਇਓ। ਔਰ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਇੱਥੇ ਹੀ ਹੁਣ ਗੇ ਡੇਰਾ ਕਰ ਲਓ, ਹੁਣ ਪੜਾ ਇੱਥੇ ਕਰ ਲਓ, ਅੱਗੇ ਨਹੀਂ ਜਾਇਆ ਜਾਣਾ। ਇਸ ਵੀਰ ਮੈਂ ਇੱਕ ਸਿੱਖ ਆਇਓ ਖੱਚਰ ਇੱਕ ਦਰਬ ਕੀ ਲਿਆਇਓ। ਤੋ ਫਿਰ ਕੀ ਦੇਖਦੇ ਐ ਕਿ ਇੱਕ ਵਹੀਰ ਆ ਰਹੀ ਹੈ, ਭਾਵ ਸਿੱਖ ਸੰਗਤਾਂ ਆ ਰਹੀਆਂ ਨੇ ਔਰ ਸਿੱਖ ਸੰਗਤਾਂ ਦੇ ਵਿੱਚ ਇੱਕ ਖੱਚਰ ਲਈ ਆ ਰਿਹਾ। ਖੱਚਰ ਉੱਤੇ ਖੁਰਜੀ ਦੇ ਵਿੱਚ ਕੁਝ ਭਰਿਆ ਪਗ ਪੰਕਜ ਪਰ ਬੰਧਨ ਕਰਕੇ ਜੇਤਕ ਧਨ ਸੋ ਆਗੇ ਧਰਕੈ। ਔਰ ਉਹਨੇ ਆ ਨਮਸਕਾਰ ਕੀਤੀ। ਇਹ ਕੁਬੇਰ ਸੀ, ਖਜ਼ਾਨੇ ਦਾ ਮਾਲਕ, ਸਿੱਖ ਦਾ ਰੂਪ ਧਾਰ ਕੇ ਆਇਆ। ਕੋ ਸਤਨਾਮ ਸੀ। ਤੇ ਕੁਬੇਰ ਖਜ਼ਾਨਿਆਂ ਦਾ ਮਾਲਕ, ਜਿਸ ਨੂੰ ਅੱਜ ਪਾਤਸ਼ਾਹ ਨੇ ਤੀਰ ਛੱਡ ਕੇ ਹੁਕਮ ਕੀਤਾ ਕਿ ਮਾਇਆ ਚਾਹੀਦੀ ਹੈ ਲੈ ਕੇ ਆ। ਕੋ ਸਤਨਾਮ ਸੀ। ਤੇ ਉਸ ਨੇ ਆ ਕੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਖੱਚਰ ਨੂੰ ਰੋਕਿਆ ਔਰ ਨਮਸਕਾਰ ਕਰਦਾ, ਮੱਥਾ ਟੇਕਦਾ। ਮਹਾਰਾਜ ਲਿਓ ਖਜ਼ਾਨਾ ਦਿਓ ਕੁਬੇਰ ਪੁਚਾਵਨ ਠਾਨਾ। ਔਰ ਸਿੱਖ ਦੇ ਰੂਪ ਦੇ ਵਿੱਚ ਕੁਬੇਰ ਬੋਲਦਾ ਹੈ ਕਿ ਮਹਾਰਾਜ ਕੁਬੇਰ ਨੇ ਖਜ਼ਾਨਾ ਭੇਜਿਆ ਤੁਹਾਡੇ ਵਾਸਤੇ। ਕਿਉਂ ਕੁਬੇਰ ਦੇ ਕੋਲ ਵੀ ਬੜੀ ਮਾਇਆ ਜਮ੍ਹਾਂ ਕਰਾਈ ਹੋਈ ਹੈ ਸਤਿਗੁਰ ਦੀ ਉਹਦੇ ਖਜ਼ਾਨੇ 'ਚ। ਤੁਹਾਨੂੰ ਪਤਾ ਜਦੋਂ ਛੋਟੇ ਸੀ ਤੇ 2 ਕੜੇ ਗੰਗਾ ਦਰਿਆ ਵਿੱਚ ਸਿੱਟ ਕੇ ਜਮ੍ਹਾਂ ਕਰਾਏ ਆ। ਕਹੋ ਸਤਨਾਮ। ਤੇ ਜਦੋਂ ਵੱਡੇ ਹੋਏ ਆਨੰਦਪੁਰ ਸਾਹਿਬ ਦੇ ਵਿੱਚ, ਉਦੋਂ 18 ਅਰਬ ਦਾ ਸੋਨਾ ਚਾਂਦੀ
ਤੇ ਬੇਅੰਤ ਹੀਰੇ ਜਵਾਹਰਾਤ ਮੋਤੀ ਸਤਲੁਜ ਦਰਿਆ ਵਿੱਚ ਜਮ੍ਹਾਂ ਕੀਤੇ ਸੀਗੇ। ਇਹ ਸਾਰਾ ਖਜ਼ਾਨਾ ਕੁਬੇਰ ਦੇ ਕੋਲੇ ਜਮ੍ਹਾਂ ਹੈ। ਤੇ ਇਹ ਕੁਬੇਰ ਕਹਿੰਦਾ ਹੈ ਕਿ ਬੜੇ ਲੰਬੇ ਸਮੇਂ ਤੋਂ ਮੈਂ ਸੋਚਦਾ ਸੀ ਇਹ ਪਾਤਸ਼ਾਹ ਆਪਣਾ ਖਜ਼ਾਨਾ ਕਦੋਂ ਲੈਣ। ਇਤਿਹਾਸਕਾਰਾਂ ਨੇ ਇਹਦੀ ਖੋਜ ਕਰਕੇ ਪਤਾ ਲਾਇਆ ਕਿ ਸਤਿਗੁਰਾਂ ਦਾ ਬੜਾ ਹੀ ਖਜ਼ਾਨਾ ਇਸ ਧਰਤੀ ਉੱਪਰ ਪਿਆ। ਹਜੇ ਵੀ ਗੁਰੂ ਪਿਆਰਿਓ ਪਹਾੜਾਂ ਦੇ ਵਿੱਚ ਹਜੂਰ ਸਾਹਿਬ ਦੇ ਵੱਲ ਜੋ ਧੋਬੜੀ ਸਾਹਿਬ ਆਪਣਾ ਸਥਾਨ ਹੈ, ਇੱਕ ਥਾਂ ਤੇ ਸਤਿਗੁਰਾਂ ਨੇ ਖਜ਼ਾਨਾ ਨੱਪਿਆ ਸੀਗਾ ਤੇ ਉੱਥੇ ਹਜੇ ਵੀ ਕਹਿੰਦੇ ਖਜ਼ਾਨੇ ਦੀ ਰਾਖੀ ਤੇ ਇੱਕ ਸਿੱਖ ਬੈਠਾ ਹੈ। ਉਦੋਂ ਦਾ ਬਿਠਾਇਆ ਹੋਇਆ, ਸਿੱਖ ਬਦਲਦੇ ਰਹੇ, ਸਿੰਘ ਬਦਲਦੇ ਰਹੇ, ਪਰ ਪਾਤਸ਼ਾਹ ਡਿਊਟੀ ਲਾ ਗਏ ਸੀ ਸਾਡਾ ਇੱਥੇ ਖਜ਼ਾਨਾ ਨਿਗਾਹ ਰੱਖਿਓ। ਜਦੋਂ ਖਾਲਸਾ ਫੌਜ 96 ਕਰੋੜ ਹੋ ਗਈ ਉਦੋਂ ਇਸ ਨੂੰ ਕੱਢਾਂਗੇ ਤੇ 2.5 ਦਿਨਾਂ ਦਾ ਲੰਗਰ ਇਹਦੇ ਨਾਲ ਬਣੂਗਾ। ਕਹੋ ਸਤਿਨਾਮ। ਜਦੋਂ 96 ਕਰੋੜ ਖਾਲਸਾ ਫੌਜ ਹੋ ਗਈ ਸਾਡੀ। ਖੈਰ ਸਤਿਗੁਰੂ ਪਾਤਸ਼ਾਹ ਮਾਲ ਟੇਕਰੀ ਸਾਹਿਬ, ਹਜੂਰ ਸਾਹਿਬ ਦੇ ਵਿੱਚ ਸਥਾਨ ਹੈ ਟੇਕਰੀ ਸਾਹਿਬ, ਮਾਲ ਟੇਕਰੀ, ਉਸ ਸਥਾਨ ਤੇ ਵੀ ਖਜ਼ਾਨਾ ਕਹਿੰਦੇ ਸਰਦਾ ਨੱਪਿਆ ਹੋਇਆ ਹੈ। ਤੋ ਇਹ ਜਿਹੜਾ ਸਿੱਖ ਦੇ ਰੂਪ ਦੇ ਵਿੱਚ ਆਇਆ, ਕਹਿੰਦੇ ਮਹਾਰਾਜਾ ਖਜ਼ਾਨਾ ਸਾਂਭੋ, ਕੁਬੇਰ ਨੇ ਭੇਜਿਆ। ਸ੍ਰੀ ਗੁਰ ਕਹਿਓ ਗੁਣ ਮੁਖ ਖੋਲੋ, ਸਭ ਬੈਰਾੜ ਕੋ ਅਬ ਬੋਲੋ। ਔਰ ਪਾਤਸ਼ਾਹ ਕਹਿੰਦੇ ਲਾਹੋ ਥੱਲੇ ਖੁਰਜੀਆਂ, ਗੋਣ ਕਹਿੰਦੇ ਆ ਖੁਰਜੀ ਨੂੰ, ਕਹਿੰਦੇ ਖੁਰਜੀਆਂ ਲਾਹੋ ਖੋਲੋ ਤੇ ਆਜੋ ਬਰਾੜੋ ਲੈ ਲਓ ਤਨਖਾਹਾਂ। ਆਪਣੇ ਨਿਕਟ ਲਗਾਵੋ ਢੇਰ, ਆਦੀ ਮੋਹਰ ਰਾਇਤ ਪਨਹੀਰ। ਔਰ ਇਸ ਤਰ੍ਹਾਂ ਸਤਿਗੁਰਾਂ ਨੇ ਉੱਥੇ ਅੱਧੀਆਂ ਮੋਹਰਾਂ ਤੇ ਅੱਧੇ ਰੁਪਈਏ ਇਹਨਾਂ ਨੂੰ ਮਿਕਸ ਕਰਕੇ ਉੱਥੇ ਢੇਰ ਲਵਾਇਆ ਹੈ ਜੀ। ਇਤਨੇ ਮੈਂ ਬੁਲਾਏ ਕਰ ਲਿਆਏ, ਕਰ ਪੰਕਜ ਬੈਰਾੜ ਬਿਠਾਏ। ਆਪਣੇ ਸਿੰਘਾਂ ਨੂੰ ਕਿਹਾ ਜਾਓ ਸੱਦੋ ਬਰਾੜਾਂ ਨੂੰ, ਜਿਹੜੇ ਤਨਖਾਹੀਏ ਹਨ ਤਨਖਾਹ ਮੰਗਦੇ ਆ। ਸਿੰਘਾਂ ਨੇ ਆਵਾਜ਼ ਮਾਰੀ ਆ ਜਾਓ ਬਈ ਲੈ ਲਓ ਤਨਖਾਹ, ਤੇ ਸਾਰੇ ਆ ਕੇ ਲੈਣ ਲਾ ਕੇ ਬਹਿ ਗਏ ਜਾਂ ਖੜ ਗਏ। ਇਹੋ ਚਾਕਰੀ ਲੇਖਾ ਕਰ ਕਰ, ਨਿਜ ਤੇ ਗੁਰ ਸਿੱਖੀ ਕੋ ਹਰ ਹਰ। ਔਰ ਆਪਣੀ ਸਿੱਖੀ ਛੱਡ ਦਿਓ, ਅੱਜ ਤੋਂ ਬਾਅਦ ਤੁਸੀਂ ਮੇਰੇ ਸਿੱਖ ਨਹੀਂ ਰਹਿ ਗਏ। ਧੱਕੇ ਦੇ ਨਾਲ ਇੱਥੇ ਤਨਖਾਹ ਮੰਗੀ ਹੈ, ਤੁਸੀਂ ਕਰਾਮਾਤ ਵੇਖੀ ਆ। ਸਿੱਖੀ ਛੱਡ ਕੇ ਤੇ ਆਪਣੇ ਹਿਸਾਬ ਕਿਤਾਬ ਕਰ ਲਓ ਤੇ ਲੈ ਲਓ ਤਨਖਾਹਾਂ। ਆਨੇ ਅਸ਼ਟ ਦੀ ਅਸਵਾਰ, ਲੀਏ ਪਦਾਤੀ ਅਰਧ ਵਿਚਾਰ। ਔਰ ਗੁਰੂ ਪਿਆਰਿਓ ਇਹ ਹਿਸਾਬ ਕਿਤਾਬ ਸੀ ਤਨਖਾਹ ਦਾ, ਰੋਜ਼ਾਨਾ ਦਾ ਕਿੰਨਾ? 8 ਆਨੇ ਘੋੜ ਸਵਾਰ ਫੌਜੀ ਦੇ, ਤੇ ਜਿਹੜਾ ਪੈਦਲ ਸਵਾਰ ਫੌਜੀ ਸੀ ਉਸ ਦੇ 4 ਆਨੇ। ਇਉਂ ਹਿਸਾਬ ਕੀਤਾ ਹੈ। ਕਿਨ ਕਿਨ ਤੀਰਥ ਪਏ ਸਭ ਹੋਨ, ਪੈਦਲ ਇੱਕ ਸੋ ਉਰ ਕੋ ਦੂਨ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਪੈਦਲ ਨੂੰ ਇੱਕ ਤਾਂ ਘੋੜ ਸਵਾਰ ਨੂੰ ਦੁੱਗਣੇ, ਭਾਵ ਘੋੜੇ ਦਾ ਖਰਚਾ ਵੀ ਨਾਲ। ਤਾਂ ਪਾਤਸ਼ਾਹ ਜੀ ਇਸ ਤਰ੍ਹਾਂ ਸਾਰਿਆਂ ਨੂੰ ਗਿਣ ਗਿਣ ਕੇ ਦੇਣ ਲੱਗੇ ਜੀ। ਰੰਗ ਪੰਜ ਸੈ ਗਣਤੀ ਆਏ, 900 ਪੈਦਲ ਧਨ ਕੋ ਪਾਏ। ਤੋਂ 500 ਘੋੜ ਸਵਾਰ ਫੌਜ ਸੀ ਤੇ 900 ਪੈਦਲ ਸਵਾਰ ਸੀ। ਸਾਰਿਆਂ ਨੂੰ ਜਿਹੜੀ ਹੈ ਤਨਖਾਹ ਪਾਤਸ਼ਾਹ ਨੇ ਦੇਣੀ ਕੀਤੀ ਹੈ। ਜਬ ਸਭ ਹੋਰ ਚਾਕਰੀ ਲੀਨਾ, ਦਰ ਬਹਿਰ ਕਰ ਅਨੰਦ ਪੀਨਾ। ਔਰ ਜਦੋਂ ਸਾਰਿਆਂ ਨੇ ਆਪਣੀ ਤਨਖਾਹ ਲਈ, ਪੈਸੇ ਦੇਖ ਕਰਕੇ ਬੜੇ ਖੁਸ਼ ਹੋਏ। ਸਿਰ ਮੁਖ ਤੇ ਸ਼੍ਰੀ ਮੁਖ ਤੇ ਬੋਲੇ ਤਨਾਲੀ, ਆਬੋ ਦਾਨ ਸਿੰਘ ਅਸਪਾਲੀ। ਔਰ ਉਸ ਤੋਂ ਬਾਅਦ ਸਤਿਗੁਰਾਂ ਦਾ ਇੱਕ ਸੇਵਕ ਹੈ, ਇਹ ਵੀ ਬਰਾੜ ਹੈ, ਭਾਈ ਦਾਨ ਸਿੰਘ ਜੀ। ਤਾਂ ਗੁਰੂ ਪਿਆਰਿਓ ਦਾਨ ਸਿੰਘ ਅਸਪਾਲੀ ਘੋੜਿਆਂ ਦੇ ਸੰਭਾਲਣ ਵਾਲਾ ਸੇਵਾਦਾਰ ਸਤਿਗੁਰਾਂ ਦਾ, ਕਹਿੰਦੇ ਆ ਜਾ ਵੀ ਦਾਨ ਸਿਆਂ ਤੂੰ ਵੀ ਲੈ ਲਾ। ਜੇ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰੀਏ ਸੀ ਤਾਂ ਉਹ ਵੀ ਬਰਾੜ, ਤੇ ਦੂਜੇ ਪਾਸੇ ਹਮਲਾ ਕਰਨ ਵਾਲਾ ਹਰਮੰਦਰ ਸਾਹਿਬ ਤੇ ਉਹ ਵੀ ਬਰਾੜ ਸੀ। ਕਹੋ ਸਤਨਾਮ ਸੀ। ਤੇ ਇਧਰ ਇੱਕ ਦਾਨ ਸਿੰਘ ਹੈ, ਇਹ ਵੀ ਬਰਾੜ ਹੈ, ਤੇ ਜਿਹੜੇ ਬਰਾੜਾਂ ਨੇ ਤਨਖਾਹ ਲੈ ਲਈ ਹੈ ਉਹ ਵੀ ਬਰਾੜ ਹੈ। ਦਰਬ ਚਾਕਰੀ ਕੋ ਵਰਤੰਤੇ, ਤੁਮ ਸੰਗੀ ਸਭ ਲੀਨ ਕਰੰਤੇ। ਆ ਜਾ ਵੀ ਦਾਨਸੀਆਂ ਤੂੰ ਰਹਿ ਗਿਆ, ਤੂੰ ਵੀ ਆਪਦੀ ਤਨਖਾਹ ਲੈ ਲੈ, ਤੇਰੇ ਭਰਾਵਾਂ ਨੇ ਸਾਰਿਆਂ ਨੇ ਲੈ ਲਈ ਹੈ। ਤੂੰ ਵੀ ਲਿਓ ਲੇਖਾ ਨਿਜ ਕਰਕੇ, ਅਗਰ ਨੌਕਰੀ ਕਰ ਮੁਦ ਧਰ ਕੇ। ਤੂੰ ਵੀ ਦੱਸ ਕਿੰਨੇ ਚਾਹੀਦੇ ਆ, ਤਨਖਾਹ ਲੈ ਲਾ ਅੱਜ ਤੱਕ ਦੀ, ਤੇ ਅਗਾਹਾਂ ਤੋਂ ਵੀ ਮੇਰੇ ਨਾਲ ਰਹਿ। ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਤਨ ਸਭ ਕਰ ਮੋਰੇ। ਦਾਨ ਸਿੰਘ ਕਹਿੰਦਾ ਮਹਾਰਾਜ ਘਰੇ ਸਾਰਾ ਸਮਾਨ ਹੈਗਾ,
ਦੁੱਧ ਦੇ ਨਾਲ ਦੁੱਧ ਹੈ, ਪਸ਼ੂ ਹੈ, ਪੁੱਤਰ ਹਨ, ਧੀਆਂ ਹਨ, ਮਾਇਆ ਵੀ ਘਰੇ ਬਹੁਤ ਹੈ, ਮੈਂ ਤਨਖਾਹ ਨਹੀਂ ਲੈਣੀ। ਕਿਰਪਾ ਕਰੋ ਸਿੱਖੀ ਮੁਝ ਦੀਜੈ, ਆਪਣੋ ਜਾਨ ਬਖਸ਼ ਕਰ ਲੀਜੈ। ਨਹੀਂ ਨਹੀਂ ਮਹਾਰਾਜ ਮੈਨੂੰ ਬਖਸ਼ ਦਿਓ, ਆਪਣਾ ਜਾਣ ਕੇ ਮੈਨੂੰ ਮਾਫ ਕਰ ਦੇਣਾ, ਮੈਂ ਪੈਸਾ ਨਹੀਂ ਲੈਣਾ, ਅੱਜ ਮੈਨੂੰ ਸਿੱਖੀ ਦੇ ਦਿਓ। ਪੁਨ ਗੁਰ ਭਨਿਓ ਮਿਲਣ ਸੰਗ ਪਾਈ, ਤਿਨ ਹੀ ਸਮ ਤੁਝ ਕੋ ਬਣਾਈ। ਨਹੀਂ ਨਹੀਂ ਦਾਨਸਿਆ, ਤੂੰ ਵੀ ਆਪਦੇ ਭਰਾਵਾਂ ਨਾਲ ਰਲ ਜਾ ਭਾਈ, ਬਰਾੜਾਂ ਦੇ ਨਾਲ। ਇਹਨਾਂ ਬਰਾੜਾਂ ਨੇ ਤਨਖਾਹ ਲਈ ਹੈ, ਫਿਰ ਤੂੰ ਕਿ ਪਿੱਛੇ ਰਹਿਣਾ, ਤੂੰ ਵੀ ਲੈ ਜਾ। ਆਨ ਲਾਭ ਤਿਨ ਕੋ ਸਮਝਾਨੋ, ਭਰਾਤਨ ਤੇ ਵਿਛੜਨ ਨੈ ਠਾਨੋ। ਔਰ ਤੈਨੂੰ ਪਤਾ ਹੈ ਵੀ ਜੇ ਤੂੰ ਆਪਣੇ ਲਾਣੇ ਤੋਂ ਉਲਟ ਹੋ ਗਿਆ ਤੇ ਫਿਰ ਭਾਂਡਾ ਵੀ ਟਾਲ ਦਿੰਦੇ ਆ। ਜੇ ਆਪਣੇ ਸਰੀਕੇ ਦੇ ਅਨੁਸਾਰ ਨਾ ਚੱਲੇ ਬੰਦਾ, ਆਪਣੇ ਭਰਾਵਾਂ ਤੋਂ ਉਲਟ ਕਾਹਨੂੰ ਚੱਲਣਾ ਹੈ? ਤੂੰ ਵੀ ਤਨਖਾਹ ਲੈ ਲਾ। ਜਿਮ ਸਭ ਕਰੇ ਜੋਗ ਤਿਮ ਕਰਬੋ, ਪ੍ਰਥਕ ਹੋਣ ਕੀ ਕਿਉਂ ਤ੍ਰਿਸ਼ਟ ਧਰਬੋ। ਤੂੰ ਆਪਣੇ ਭਰਾਵਾਂ ਤੋਂ ਅਲੱਗ ਕਿਉਂ ਹੁੰਨਾ ਬਈ? ਸਾਰੇ ਬਰਾੜਾਂ ਨੇ 900 ਪੈਦਲ ਸਵਾਰ, 500 ਘੋੜ ਸਵਾਰ, ਸਭ ਨੇ ਤਨਖਾਹ ਲੈ ਲਈ ਹੈ ਤੇ ਤੂੰ ਵੀ ਲੈ ਲਾ। ਤੂੰ ਇਹਨਾਂ ਤੋਂ ਅੱਡ ਕਿਉਂ ਹੁੰਨਾ ਹੈ? ਦਾਨ ਸਿੰਘ ਕਹਿ ਕਿਰਪਾ ਕਰੀਜੈ, ਇਨਕੇ ਸਾਥ ਨਾ ਮੋਹਿ ਬਲੀਜੈ। ਦਾਨ ਸਿੰਘ ਕਹਿੰਦਾ ਜੀ ਮੈਨੂੰ ਇਹਨਾਂ ਨਾਲ ਮਿਲਣਾ ਵੀ ਨਾ ਪਵੇ, ਕਿਰਪਾ ਕਰਕੇ ਮੈਨੂੰ ਇਹਨਾਂ ਨਾਲ ਨਾ ਮਿਲਾਓ। ਇਹਨਾਂ ਨੇ ਅੱਜ ਤੁਹਾਡੇ ਘੋੜੇ ਦੀਆਂ ਬਾਗਾਂ ਫੜ ਕੇ ਜਿਹੜੀ ਧੱਕਾ ਕੀਤਾ ਨਾ ਵੀ ਇੱਥੇ ਹੀ ਤਨਖਾਹ ਦਿਓ ਫਿਰ ਅਗਲੀ ਗੱਲ ਕਰਾਂਗੇ, ਇਹ ਗਲਤ ਕੀਤਾ ਹੈ। ਮੈਨੂੰ ਇਹਨਾਂ ਨਾਲ ਨਾ ਮਿਲਾਓ, ਮੈਨੂੰ ਸਿੱਖੀ ਦੇ ਦਿਓ। ਆਪਰ ਸਰਬ ਕਿਛ ਹੈ ਕਰ ਮੇਰੇ, ਅਬ ਸਿੱਖੀ ਤੀਜੇ ਲਖ ਚੇਰੇ। ਬਾਕੀ ਸਾਰਾ ਕੁਝ ਘਰੇ ਹੈਗਾ, ਬਸ ਸਿੱਖੀ ਦੀ ਲੋੜ ਆ। ਮੈਨੂੰ ਆਪਣਾ ਸਿੱਖ ਬਣਾਈ ਰੱਖੋ, ਮੈਨੂੰ ਆਪਣਾ ਸੇਵਕ ਜਾਣੋ। ਸੁਨ ਪ੍ਰਸੰਨ ਹੈ ਕਰ ਗੁਰ ਭਾਖਿਓ, ਸਿੱਖੀ ਕੋ ਬੀਰਜ ਤੇ ਰਾਖਿਓ। 5-7 ਵਾਰੀ ਪੁੱਛ ਲਿਆ ਨਾ ਪਾਤਸ਼ਾਹ ਨੇ, 3-4 ਵਾਰੀ ਪੁੱਛ ਲਿਆ, ਪਰਖ ਲਿਆ ਵੀ ਵਾਕਿਆ ਦਾਨ ਸਿੰਘ ਉੱਤੋਂ ਉੱਤੋਂ ਕਹਿਣਾ ਕਿ ਵਿੱਚੋਂ ਵਿੱਚੋਂ ਜਦੋਂ ਬਾਰ-ਬਾਰ ਕਹਿਣ ਤੇ ਵੀ ਦਾਨ ਸਿੰਘ ਬਾਰ-ਬਾਰ ਕਹਿੰਦਾ ਜੀ ਸਿੱਖੀ ਦੇ ਦਿਓ, ਮੈਨੂੰ ਸਿੱਖੀ ਚਾਹੀਦੀ ਹੈ, ਬਾਕੀ ਸਭ ਕੁਝ ਘਰ ਵਿੱਚ ਹੈਗਾ ਬਥੇਰਾ, ਲੋੜ ਨਹੀਂ ਹੈ ਪੈਸਿਆਂ ਦੀ। ਤਾਂ ਸਤਿਗੁਰੂ ਖੁਸ਼ੀ ਦੇ ਘਰ 'ਚ ਆਏ, ਕਹਿੰਦੇ ਦਾਨ ਸਿਆ ਤੂੰ ਮਾਲਵੇ ਦੇ ਇਲਾਕੇ, ਜੰਗਲ ਦੇ ਇਲਾਕੇ 'ਚ ਸਿੱਖੀ ਦਾ ਬੀਜ ਰੱਖ ਲਿਆ, ਨਹੀਂ ਤਾਂ ਅੱਜ ਗਈ ਸੀ ਸਿੱਖੀ ਮਾਲਵੇ 'ਚੋਂ ਜਿਵੇਂ ਮਾਝੇ ਵਿੱਚੋਂ ਚਲੀ ਗਈ ਸੀ। ਜੇ ਮਹਾਂ ਸਿੰਘ ਹੋਰੀ ਮੁਕਤਸਰ ਆ ਕੇ ਮਗਰ ਜੰਗ ਨਾ ਕਰਦੇ, ਕਹੋ ਸਤਿਨਾਮ। ਜੇ ਮਹਾਂ ਸਿੰਘ ਆ ਕੇ ਆ ਪਿਛਲਾ ਮਾਘੀ ਵਾਲਾ ਦਿਹਾੜਾ ਜਿਹੜਾ ਆਪਾਂ ਮਨਾਇਆ, ਜੇ ਮਹਾਂ ਸਿੰਘ ਹੋਰੀ ਆ ਕੇ ਉਹ ਬਿਦਾਵਾ ਨਾ ਪੜਵਾਉਂਦੇ ਤੇ ਮਾਝਾ ਸਿੱਖੀ ਤੋਂ ਨਿਕਲ ਗਿਆ ਸੀ, ਸਿੱਖੀ ਤੋਂ ਖਾਰਜ ਹੋ ਗਿਆ ਸੀ। ਭਾਈ ਮਹਾਂ ਸਿੰਘ ਨੇ ਉੱਥੇ ਆਪਣੀ ਜਾਨ ਹੋਲ ਕੇ ਫੌਜਾਂ ਦੇ ਨਾਲ ਜੰਗ ਕਰਕੇ ਜਦ ਮੈਂ ਪੁੱਛਿਆ ਤੈਨੂੰ ਕੀ ਚਾਹੀਦਾ ਹੈ, ਕਹਿੰਦਾ ਜੀ ਆਪਦੇ ਬਣਾ ਲਓ ਬਿਦਾਵੇ ਵਾਲਾ ਕਾਗਜ਼ ਪਾੜ ਦਿਓ, ਨਹੀਂ ਤਾਂ ਰਹਿੰਦੀ ਦੁਨੀਆ ਤੱਕ ਮਾਝੇ ਦੇ ਲੋਕਾਂ ਨੂੰ ਲਾਂਭੇ ਮਿਲਦੇ ਰਹਿਣਗੇ। ਕਹੋ ਸਤਿਨਾਮ। ਤੋ ਮਹਾਂ ਸਿੰਘ ਨੇ ਮਾਝੇ ਵੀ ਸਿੱਖੀ ਰੱਖ ਲਈ। ਦਾਨ ਸਿਆ ਧੰਨਵਾਦ, ਤੂੰ ਮਾਲਵੇ ਦੀ ਹੈ, ਜੰਗਲ, ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸੀਗੇ। ਜਦੋਂ ਪਾਤਸ਼ਾਹ ਬਠਿੰਡੇ 'ਚ ਆਏ ਨਾ ਉਦੋਂ ਇਹਨੂੰ ਮਾਲਵਾ ਕਿਹਾ। ਕਹੋ ਸਤਿਨਾਮ। ਜਦੋਂ ਇੱਥੋਂ ਦਿਓ ਕੱਢਿਆ ਬਠਿੰਡੇ ਵਾਲੇ ਕਿਲੇ 'ਚੋਂ, ਉਸ ਵੇਲੇ ਕਿਹਾ ਸੀਗਾ ਤੂੰ ਇੱਥੋਂ ਚਲਿਆ ਜਾ। ਹੁਣ ਮਹਾਰਾਜ ਮੈਂ ਕਿੱਥੇ ਜਾਵਾਂ? ਤੂੰ ਜਾ ਸਰਹੰਦ, ਉੱਥੇ ਸਾਡਾ ਬੰਦਾ ਆਊਗਾ ਤੇ ਉਸ ਬੰਦੇ ਦੀ ਮਦਦ ਕਰਕੇ ਨਾ ਸਰਹੰਦ ਪੱਟ ਕੇ ਦਰਿਆ ਵਿੱਚ ਸਿੱਟਣੀ ਆ, ਸਤਲੁਜ ਵਿੱਚ। ਇਹ ਸਾਡਾ ਮਾਲਵਾ ਹੈ, ਹੁਣ ਅਸੀਂ ਇਹਨੂੰ ਮਾਲੋ ਮਾਲ ਕਰਨਾ। ਉਦੋਂ ਇਸ ਕਿਲੇ ਦੇ ਵਿੱਚ ਬਠਿੰਡੇ ਦੇ ਨਿਵਾਸੀਆਂ ਨੇ ਕਿਹਾ ਸੀਗਾ ਮਹਾਰਾਜ ਸਾਡੇ ਇੱਥੇ ਕਾਲ ਪੈਂਦਾ, ਅਸੀਂ ਕਿੱਕਰਾਂ ਦੇ ਫਲ ਖਾ ਕੇ, ਕਰੀੜਾਂ ਦੇ ਡੇਲੇ ਖਾ ਕੇ, ਮਲਿਆਂ ਦੇ ਬੇਰ ਖਾ ਕੇ ਸਮਾਂ ਲੰਘਾਉਣੇ ਆ। ਲੰਬਾ ਸਮਾਂ ਕਾਲ ਨਹੀਂ ਜਾਂਦਾਗਾ, ਫਸਲਾਂ ਨਹੀਂ ਹੁੰਦੀਆਂ। ਤੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀਗਾ ਇੱਥੇ ਤਾਂ ਨਹਿਰਾਂ ਚੱਲਣਗੀਆਂ, ਨਹਿਰਾਂ। ਤੁਸੀਂ ਫਸਲਾਂ ਦੀ ਗੱਲ ਕਰਨੇ ਹੋ, ਇੱਥੇ ਤਾਂ ਫਲਾਂ ਦੇ ਬਾਗ ਵੀ ਲੱਗਿਆ ਕਰਨਗੇ। ਕਹੋ ਸਤਿਨਾਮ। ਉਹ ਸਾਡੇ ਸਾਹਮਣੇ ਆ ਦਮਦਮਾ ਸਾਹਿਬ ਤਲਵੰਡੀ, ਅੰਬਾਂ ਦੇ ਪੌਦੇ ਆ, ਉਹਨਾਂ ਨੂੰ ਅੰਬ ਲੱਗਦੇ ਆ। ਔਰ ਆਪਣੇ ਇਹਨਾਂ ਇਲਾਕਿਆਂ ਵਿੱਚ ਆਪਾਂ ਬਠਿੰਡੇ ਦੇ ਆਸੇ-ਪਾਸੇ ਗਿੱਦੜਵਾ ਕੰਨੀ, ਕਿੰਨੂਆਂ ਦੇ, ਅਮਰੂਦਾਂ ਦੇ, ਇਸ ਪਾਸੇ ਚਾਰੇ ਪਾਸੇ ਫਲਾਂ ਦੇ ਬਾਗ ਲੱਗਦੇ ਆ। ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤੋ ਇਸ ਕਰਕੇ ਸਤਿਗੁਰ ਨੇ ਉਦੋਂ ਇਸ ਨੂੰ ਮਾਲਵਾ ਕਿਹਾ ਸੀ। ਦਾਨ ਸਿੰਘ ਨੂੰ ਕਹਿੰਦੇ ਉਹ ਦਾਨ ਸਿਆ ਤੂੰ ਇਹ ਜੰਗਲ ਦੇ ਇਲਾਕੇ ਵਿੱਚ ਸਿੱਖੀ ਦਾ ਬੀਜ ਰੱਖ ਲਿਆ। ਇਸੇ ਬੀਜ ਤੇ ਸਗਰੇ ਦੇਸ਼, ਦਿਨ ਦਿਨ ਪ੍ਰਤ ਵੱਧ ਜਾਏ ਵਿਸ਼ੇਸ਼। ਬੀਜ ਹੋਵੇ ਕਣਕ ਦਾ ਇੱਕ ਦਾਣਾ ਹੋਵੇ, ਬੀਜੋ 17, 18, 20 ਬਣ ਜਾਂਦੇ ਆ। ਬੱਲੀ ਚੋਂ ਬੱਲੀ ਫੇਰ ਬੀਜ ਦਿਓ, ਫਿਰ ਉਸ ਤੋਂ 20, 30, 50 ਬੱਲੀਆਂ ਬਣਦੀਆਂ। ਇਉਂ ਤੂੰ ਇੱਕ ਸਿੱਖੀ ਦਾ ਬੀਜ ਰੱਖ ਲਿਆ,
ਹੁਣ ਸਿੱਖੀ ਬਹੁਤ ਫੈਲੇਗੀ। ਭਲੋ ਦੇਸ਼ ਜੰਗਲ ਕੋ ਕਰਿਓ, ਬੜ ਉਪਕਾਰ ਕਰਨ ਹਿਤ ਧਰਿਓ। ਅੱਜ ਤੂੰ ਮਾਇਆ ਦਾ ਲਾਲਚ ਤਿਆਗ ਕੇ ਇਹ ਜੰਗਲ ਦੇ ਇਲਾਕੇ ਦੇ ਲੋਕਾਂ ਤੇ ਉਪਕਾਰ ਕੀਤਾ ਹੈ। ਜੇ ਤੂੰ ਵੀ ਤਨਖਾਹ ਲੈ ਜਾਂਦਾ ਤੇ ਇੱਥੇ ਸਿੱਖੀ ਦਾ ਬੀਜ ਕਿਹਨੇ ਰੱਖਣਾ ਸੀ? ਕਹੋ ਸਤਿਨਾਮ। ਇਸ ਕਰਕੇ ਭਲਾ ਕੀਤਾ ਤੂੰ, ਇਹ ਜੰਗਲ ਦੇ ਉੱਤੇ ਉਪਕਾਰ ਕੀਤਾ ਹੈ, ਜੰਗਲ ਦੇ ਲੋਕਾਂ ਨੂੰ ਸਿੱਖੀ ਦਾ ਬੀਜ ਦੇ ਦਿੱਤਾ ਹੈ। ਜਿਵੇਂ ਸਭ ਮਾਝੇ ਕੀ ਵਡਿਆਈ, ਮਹਾ ਸਿੰਘ ਨੇ ਰੱਖ ਦਿਖਾਈ। ਜਿਵੇਂ ਮਾਝੇ ਦੇ ਇਲਾਕੇ ਦੇ ਲੋਕਾਂ ਨੂੰ ਬਖਸ਼ਾ ਲਿਆ ਭਾਈ ਮਹਾ ਸਿੰਘ ਨੇ। ਦੇਸ਼ ਮਾਲਵੇ ਕੀ ਅਬ ਰਾਖੀ, ਉਪਜੇ ਸਿੱਖੀ ਕੀ ਅਬ ਲਾਖੀ। ਇਹ ਮਾਲਵੇ ਜੰਗਲ ਦੇ ਇਲਾਕੇ ਦੀ ਤੂੰ ਰੱਖ ਲਈ ਹੈ। ਇੱਥੇ ਸਿੱਖੀ ਦੇ ਅਬਲਾਖੀ ਇੱਛਾਵਾਨ ਕਾਂਖੀ ਇੱਕ ਹੈ। ਦਰਸ ਤਿਹਾਰੋ ਨਾਨਕ ਉਨਸੰਗ ਮੋਹਿ ਉਧਾਰੋ। ਕਾਂਖੀ ਹੁੰਦਾ ਇੱਛਾਵਾਨ ਅਬਲਾਖੀ। ਜਿਵੇਂ ਅੰਮ੍ਰਿਤ ਅਬਲਾਖੀ, ਅੰਮ੍ਰਿਤ ਛਕਣ ਦੇ ਚਾਹਵਾਨ, ਤਾਂ ਇੱਥੇ ਸਿੱਖੀ ਦੇ ਅਬਲਾਖੀ ਜ਼ਰੂਰ ਪੈਦਾ ਹੋਣਗੇ। ਅਬ ਤੂੰ ਜਗਤ ਝੂਠ ਤਜਦੇ ਹੋ, ਬਨੋ ਸਿੱਖੀ ਬਹੁਲ ਕੋਲੇ ਹੋ। ਤੂੰ ਇਹ ਘੋੜਿਆਂ ਨੂੰ ਪਾਲਦਾ ਸੀਗਾ ਤੇ ਪਾਤਸ਼ਾਹ ਕਹਿੰਦੇ ਲੈ ਵੀ ਦਾਨਸਿਆ ਹੁਣ ਤੂੰ ਸਿੱਖ ਬਣ ਜਾ, ਕੇਸ ਰੱਖ ਲੈ। ਔਰ ਜਿਹੜੇ ਜਗਤ ਝੂਠ ਹੈ ਭਾਵ ਤਮਾਕੂ, ਇਸ ਦੇ ਨੇੜੇ ਨਹੀਂ ਜਾਣਾ। ਇਹ ਤਾਂ ਪਾਤਸ਼ਾਹ ਹਰ ਵੇਲੇ ਹੁਕਮ ਦਿੰਦੇ ਆ। ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਸ ਵੇਲੇ ਗੁਰੂ ਪਿਆਰੋ ਸੂਬਿਆਂ ਦੀ ਵੰਡ ਹੋਈ ਨਾ, ਤੇ ਇਹ ਮਹਾ ਪੰਜਾਬ ਦੇ ਵਿੱਚ ਹੀ ਹਰਿਆਣਾ ਵੀ ਆਉਂਦਾ ਸੀਗਾ। ਜਿਹੜਾ ਮਹਾ ਪੰਜਾਬ, ਉਦੋਂ ਹਰਿਆਣਾ ਨਹੀਂ ਸੀਗਾ, ਉਸ ਤੋਂ ਪਹਿਲਾਂ ਇਹ ਸਾਰਾ ਹੀ ਜਿਹੜਾ ਹੈ ਬਹੁਤ ਲੰਮਾ ਚੌੜਾ ਇਲਾਕਾ ਸੀਗਾ। ਤੇ ਜਿਸ ਵੇਲੇ ਹਰਿਆਣਾ ਅੱਡ ਹੋ ਗਿਆ ਤੇ ਕੁਝ ਸ਼ਰਾਰਤੀ ਲੋਕਾਂ ਨੇ ਜਿਹੜੇ ਪੰਜਾਬੀ ਦੇ ਸਿੱਖੀ ਦੇ ਐਂਟੀ ਸਨ, ਉਹਨਾਂ ਨੇ ਹਰਿਆਣੇ ਦੇ ਇਲਾਕੇ ਵਿੱਚ ਕੀ ਚਾਲੂ ਕਰਤਾ? ਹੁੱਕਾ। ਹਰਿਆਣੇ ਦੇ ਲੋਕ, ਜਾਟ ਲੋਕ ਹੁੱਕਾ ਪੀਂਦੇ ਆ ਨਾ, ਤੇ ਜਿੱਥੇ ਤਮਾਕੂ ਉੱਥੇ ਸਿੱਖੀ ਪੈਦਾ ਨਹੀਂ ਹੁੰਦੀ। ਇਸ ਕਰਕੇ ਉਹਨਾਂ ਨੇ ਚਲਾਕੀ ਦੇ ਨਾਲ ਉਹਨਾਂ ਲੋਕਾਂ ਦੇ ਵਿੱਚ ਤਮਾਕੂ ਪ੍ਰਚਲਿਤ ਕਰਾਤਾ ਵੀ ਸਿੱਖੀ ਜਿਹੜੀ ਹੈ ਕੇਵਲ ਪੰਜਾਬ ਤੱਕ ਸੀਮਤ ਰਹਿ ਜੇ। ਪਰ ਨਰ ਚਾਹਤ ਕਛ ਔਰ ਹੈ ਕਿ ਔਰ ਹੈ ਪਈ, ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗੱਲ ਪਰੀ। ਬੰਦਾ ਤਾਂ ਬਹੁਤ ਕੁਝ ਸੋਚਦਾ ਪਰ ਇਹ ਸਿੱਖੀ ਤਾਂ ਬਾਹਰਲੇ ਦੇਸ਼ਾਂ ਤੱਕ ਵੀ ਪਹੁੰਚ ਗਈ ਆ। ਕੋ ਸਤਨਾਮ। ਇਹ ਵੀ ਇੱਕ ਚਲਾਕੀ ਆ ਜੋ ਹਰਿਆਣੇ ਦੇ ਵਿੱਚ ਹੁੱਕਾ ਪ੍ਰਚਲਿਤ ਕਰਨਾ, ਤਮਾਕੂ ਪ੍ਰਚਲਿਤ ਕਰਨਾ। ਕਿਉਂਕਿ ਪਾਤਸ਼ਾਹ ਦੀ ਇਹ ਬੱਜਰ ਕਰਾਇਤ ਹੈ, ਜਿਹੜਾ ਤਮਾਕੂ ਹੁੱਕੇ ਨੂੰ ਵਰਤਦਾ ਉਹ ਮੇਰਾ ਸਿੱਖ ਨਹੀਂ ਹੈ। ਇਸ ਕਰਕੇ ਉਹਨਾਂ ਚਲਾਕ ਲੋਕਾਂ ਨੇ ਜਾਣ ਬੁੱਝ ਕੇ ਹਰਿਆਣੇ ਦੇ ਇਲਾਕੇ ਵਿੱਚ ਹੁੱਕੇ ਦੀ ਪ੍ਰਚਲਿਤ ਕੀਤਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਦਾਨਸਿਆ ਲੈ ਹੁਣ ਤੂੰ ਅੰਮ੍ਰਿਤ ਛਕ ਲਾ, ਤੇ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਨਾਲ ਤੋਂ ਤਮਾਕੂ ਆਦਿ ਨੂੰ ਹੱਥ ਨਹੀਂ ਲਾਉਣਾ ਜੀ। ਕਹੇ ਸੋ ਉਦਰ ਅਪਰਮਮ ਜਾਵੇ, ਤਜੋ ਕਸ਼ਟ ਹੋਏ ਕੌਣ ਬਚਾਵੇ। ਔਰ ਕਹੇ ਸੋ ਉਦਰ ਅਵਰ ਮਮ ਜਾਵੇ, ਕਹਿਣ ਲੱਗੇ ਜਿਸ ਦੇ ਸਰੀਰ ਦੇ ਵਿੱਚ ਇਹ ਤਮਾਕੂ ਜਾਂਦਾ ਹੈ ਨਾ, ਫਿਰ ਉਹ ਸਰੀਰ ਨੂੰ ਖਰਾਬ ਕਰਦਾ। ਤੇ ਅੱਜ ਸਾਇੰਸ ਵੀ ਕਹਿੰਦੀ ਹੈ, ਅੱਜ ਡਾਕਟਰ ਵੀ ਕਹਿੰਦੇ ਆ, ਅੱਜ ਸਰਕਾਰਾਂ ਵੀ ਕਹਿੰਦੀਆਂ ਕਿ ਤਮਾਕੂ ਨਾ ਵਰਤੋ। ਪਰ ਜਿੱਥੋਂ ਇਹ ਤਿਆਰ ਹੁੰਦਾ ਫੈਕਟਰੀਆਂ 'ਚੋਂ ਪੁੜੀਆਂ ਦੇ ਰੂਪ 'ਚ, ਖੈਨੀਆਂ ਚੈਨੀਆਂ ਦੇ ਰੂਪ 'ਚ, ਉੱਥੋਂ ਬੰਦ ਨਹੀਂ ਕਰਦੇ। ਜੜ ਨਹੀਂ ਪੱਟਦੇ ਇਸ ਬਿਮਾਰੀ ਦੀ, ਕਿਉਂਕਿ ਇਹਨਾਂ ਚੀਜ਼ਾਂ ਤੋਂ ਇਹਨਾਂ ਲੋਕਾਂ ਨੂੰ ਆਮਦਨ ਹੈ। ਨਸ਼ਿਆਂ ਤੋਂ, ਸ਼ਰਾਬ ਤੋਂ ਆਮਦਨ ਹੈ, ਤਮਾਕੂ ਤੋਂ ਆਮਦਨ ਹੈ ਇਹਨਾਂ ਲੋਕਾਂ ਨੂੰ, ਸਰਕਾਰਾਂ ਨੂੰ। ਇਸ ਕਰਕੇ ਉੱਥੋਂ ਬੰਦ ਨਹੀਂ ਕਰਦੇ, ਕਿਉਂਕਿ ਪਹਿਲਾਂ ਤਮਾਕੂ ਖਵਾਉਣਗੇ, ਫਿਰ ਕੈਂਸਰ ਹੋਣਗੇ, ਫਿਰ ਡਾਕਟਰਾਂ ਕੋਲੇ ਜਾਣਗੇ, ਉੱਥੋਂ ਵੀ ਆਮਦਨ ਬਣਨੀ ਆ। ਕਹੋ ਸਤਨਾਮ। ਕਿਉਂ ਨਾ ਇਸ ਬਿਮਾਰੀ ਨੂੰ ਜੜੋਂ ਵੱਢਿਆ ਜਾਵੇ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਮੇਂ ਤੋਂ ਪਹਿਲਾਂ ਸਾਨੂੰ ਸਮਝਾ ਦਿੱਤਾ ਕਿ ਬਹੁਤ ਮਾੜੀ ਚੀਜ਼ ਹੈ, ਇਹਨੂੰ ਹੱਥ ਵੀ ਨਾ ਲਾਵੇ ਮੇਰਾ ਸਿੱਖ। ਇੱਕ ਸਿੱਖ ਹੋਇਆ ਗੁਰੂ ਪਿਆਰੋ ਰਵਿਦਾਸੀਏ ਸਿੰਘਾਂ ਦੇ ਵਿੱਚੋਂ, ਤੇ ਉਹ ਸਿੱਖ ਨੇ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ ਸੀਗਾ ਤੇ ਮਜ਼ਦੂਰੀ ਕਰਦਾ ਸੀਗਾ। ਤੇ ਮੁਗਲਾਂ ਨੇ, ਭਾ ਮੁਸਲਮਾਨਾਂ ਨੇ ਉਸ ਨੂੰ ਕਿਹਾ ਵੀ ਸਾਡਾ ਮਜ਼ਦੂਰੀ ਕਰ ਤੇ ਸਾਡਾ ਕੰਮ ਕਰਕੇ ਆ। ਕੀ ਕੰਮ ਕਰਨਾ? ਕਹਿੰਦੇ ਇਹ ਪੰਡ ਜਿਹੜੀ ਪਈ ਆ ਨਾ ਆਪਣੇ ਸੂਬੇਦਾਰ ਦੇ ਘਰ ਛੱਡ ਕੇ ਆ। ਉਸੇ ਕਹਿਣ ਲੱਗਿਆ ਵੀ ਪੰਡ 'ਚ ਹੈ ਕੀ? ਕਹਿੰਦੇ ਪੰਡ 'ਚ ਕੁਛ ਵੀ ਹੋਵੇ ਤੂੰ ਸਿਰ ਤੇ ਚੱਕ ਤੇ ਛੱਡਿਆ। ਕਹਿੰਦੇ ਨਾ, ਪਹਿਲਾਂ ਦੱਸੋ ਵਿੱਚ ਕੀ ਆ? ਕਹਿੰਦੇ ਵਿੱਚ ਤਾਂ ਤਮਾਕੂ ਹੈ। ਕਹਿੰਦਾ ਮੈਂ ਇਹ ਪੰਡ ਨੂੰ ਹੱਥ ਵੀ ਨਹੀਂ ਲਾਉਣਾ, ਤੂੰ ਸਿਰ 'ਤੇ ਚੱਕਣ ਦੀ ਗੱਲ ਕਰਦੇ ਹੋ। ਇਹ ਸਿਰ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪਈਆਂ ਸਤਿਗੁਰ ਦੀਆਂ, ਮੈਂ ਇਹ ਪੰਡ ਨਹੀਂ ਚੱਕਣੀ। ਹੁਣ ਧੱਕੇ ਨਾਲ ਚਕਾਉਣ ਲੱਗੇ, ਉਹ ਕਹਿੰਦਾ ਮੈਂ ਪੰਡ ਚੱਕਣੀ ਨਹੀਂ।
ਜਿਹਦੀਆਂ ਕਹਿੰਦੀਆਂ ਪੁੱਠੀਆਂ ਖੱਲਾਂ ਲਾਹੀਆਂ ਗਈਆਂ ਉਹ ਸਿੰਘ ਸੀਗਾ। ਜਦੋਂ ਉਸ ਨੇ ਪੰਡ ਨਾ ਚੱਕੀ ਤੇ ਸਰਕਾਰ ਦਾ ਤੇਜ ਹੈ, ਸਰਕਾਰ ਦਾ ਰਾਜ ਹੈ, ਸਰਕਾਰ ਦਾ ਜ਼ੋਰ ਹੈ। ਉਹਨਾਂ ਨੇ ਗੁਰੂ ਪਿਆਰਿਓ ਭਾਈ ਸਾਹਿਬ ਜੀ ਨੂੰ ਫਿਰ ਇੱਕ ਜੰਡ ਦੇ ਨਾਲ ਪੁੱਠਾ ਲਮਕਾ ਕੇ ਖੱਪਰੀ ਦੇ ਨਾਲ, ਰੰਬੀ ਦੇ ਨਾਲ ਉਸ ਦੇ ਸਰੀਰ ਤੋਂ ਮਾਸ ਨੂੰ ਛਿੱਲਿਆ। ਕਹੋ ਸਤਨਾਮ। ਚਮੜੀ ਤਾਂ ਆਪਣੀ ਐਡੀ ਮੋਟੀ ਨਹੀਂ ਹੈਗੀ। ਭਾਵ ਇਸ ਤਰ੍ਹਾਂ ਦੁੱਖ ਦੇਖੇ ਉਸ ਸਿੰਘ ਨੂੰ ਉਹਨਾਂ ਨੇ ਸ਼ਹੀਦ ਕੀਤਾ। ਤੋ ਪਾਤਸ਼ਾਹ ਜੀ ਹਰ ਥਾਂ ਤੇ ਕਹਿੰਦੇ ਆ ਕਿ ਤਮਾਕੂ ਨੂੰ ਸਿੰਘ ਹੱਥ ਨਾ ਲਾਵੇ, ਇਹ ਜਗਤ ਝੂਠ ਹੈ। ਲੈ ਵੀ ਦਾਨਸਿਆ ਹੁਣ ਤੂੰ ਕੇਸ ਦਾੜਾ ਰੱਖ ਲੈ ਤੇ ਅੰਮ੍ਰਿਤ ਛਕ ਲੈ। ਸ੍ਰੀ ਮੁਖ ਕਹਿਓ ਕਾਸ਼ਟ ਤੁਮ ਟਾਰੇ, ਸਿਰ ਪਰ ਕਹੀਏ ਕੇਸਰ ਧਾਰੇ। ਜਦ ਸਤਿਗੁਰੂ ਜੀ ਨੇ ਫੇਰ ਕਿਹਾ ਕਿ ਤੂੰ ਹੁਣ ਕੇਸ ਰੱਖ ਲੈ ਸਿਰ ਤੇ। ਸਿੱਖ ਸੰਪੂਰਨ ਹੀ ਅਬ ਬਨੋ, ਦੁਰਮਤ ਜਾਕੀ ਦੁਰਗਹਨੋ। ਇਹ ਜਿਹੜੀ ਦੁਰਮਤ ਦੀ ਦੀਰਘ ਵੱਡੀ ਮੱਤ ਹੈ, ਮਾੜੀ ਮੱਤ ਹੈ ਜਿਹੜੀ ਦੀਰਘ, ਇਹਨੂੰ ਚੰਗੀ ਤਰ੍ਹਾਂ ਹੀ ਛੱਡ ਦੇ। ਹੁਣ ਤੈਨੂੰ ਮੈਂ ਪੂਰੀ ਤਰ੍ਹਾਂ ਹੀ ਸਿੱਖੀ ਦੇਵਾਂਗਾ, ਅੰਮ੍ਰਿਤ ਵੀ ਦੇਵਾਂਗਾ, ਕਿਉਂਕਿ ਪਿੱਛੋਂ ਇਹ ਘੋੜਿਆਂ ਦੇ ਪਾਲਣ ਵਾਲਾ ਸੰਭਾਲਣ ਵਾਲਾ ਸਿੱਖ ਸੀ ਭਾਈ ਦਾਨ ਸਿੰਘ। ਪਾਤਸ਼ਾਹ ਕਹਿੰਦੇ ਮੈਂ ਤੈਨੂੰ ਹੁਣ ਚੰਗੀ ਤਰ੍ਹਾਂ ਸਿੱਖੀ ਦੇਵਾਂਗਾ, ਅੰਮ੍ਰਿਤ ਦੀ ਦਾਤ ਦੇਵਾਂਗਾ, ਕੇਸ ਵੀ ਰੱਖ ਲੈ। ਸੁਨ ਬੋਲਿਓ ਕਿਉਂ ਕੇਸ ਰਖਾਵੋ, ਬਿਨਾ ਕੇਸ ਤੇ ਸਿੱਖ ਲਖ ਪਾਵੋ। ਹੁਣ ਅਸੀਂ ਵੀ ਕਈ ਵਾਰੀ ਕਹਿ ਦਿੰਨੇ ਆ, ਉਹ ਗਾਣਾ ਵੀ ਗਾਤਾ ਇੱਕ ਗਾਉਣ ਵਾਲੇ ਨੇ, ਦਿਲ ਸਾਫ਼ ਹੋਣਾ ਚਾਹੀਦਾ। ਕੁਛ ਜੇ ਦਿਲ ਸਾਫ਼ ਹੋਣਾ ਚਾਹੀਦਾ, ਗੁਰੂ ਸਾਹਿਬ ਦਾ ਖਰਾਬ ਸੀਗਾ, ਉਹਨਾਂ ਨੇ ਵੀ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਤੋਂ। ਕੋ ਸਤਨਾਮ ਸੀ। ਇਹ ਕੀ ਕਹਿੰਦਾ ਦਾਨ ਸਿੰਘ? ਕਹਿੰਦਾ ਕੇਸਾਂ ਦੀ ਕੀ ਲੋੜ ਹੈ, ਵੈਸੇ ਵੀ ਤਾਂ ਮੈਂ ਸਿੱਖ ਹੀ ਆ ਤੁਹਾਡਾ। ਦਾਨ ਸਿੰਘ ਸੁਣ ਕਾਰਨ ਯਾਕੋ, ਹੇਰੇ ਪਰਿਓ ਨਰਕ ਸਿੱਖ ਜਾਕੋ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੇਸਾਂ ਦੀ ਇੱਕ ਨਿਸ਼ਾਨੀ ਹੈ, ਕੇਸ ਗੁਰੂ ਕੀ ਮੋਹਰ ਹੈ। ਜਿਸ ਕਾਗਜ਼ ਤੇ ਅਫਸਰ ਦੀ ਮੋਹਰ ਨਾ ਲੱਗੇ ਉਹ ਉਹਨਾਂ ਚਿਰ ਕਾਗਜ਼ ਹੈ, ਜਦੋਂ ਤੇ ਮੋਹਰ ਲੱਗਦੀ ਹੈ ਫਿਰ ਉਹ ਸਰਟੀਫਿਕੇਟ ਬਣਦਾ ਹੈ। ਕਹੋ ਸਤਨਾਮ। ਫਿਰ ਉਹ ਕੰਮ ਦਾ ਕਾਗਜ਼ ਬਣਦਾ, ਨਹੀਂ ਤਾਂ ਕਾਗਜ਼ ਹੀ ਆ। ਜਿੰਨਾ ਮਰਜ਼ੀ ਟੈਪ ਵਾਲਿਆਂ ਤੋਂ ਲਿਖਵਾ ਲਓ, ਜਿੰਨਾ ਮਰਜ਼ੀ ਕੋਈ ਸੋਹਣਾ ਹੋਵੇ, ਸੁੰਦਰ ਹੋਵੇ, ਪਰ ਜਿੰਨਾ ਚਿਰ ਗੁਰੂ ਦੀ ਮੋਹਰ ਨਹੀਂ ਲੱਗ ਜਾਂਦੀ ਉਹਨਾਂ ਚਿਰ ਗੱਲ ਬਣਨੀ ਬੜੀ ਮੁਸ਼ਕਲ ਆ। ਕਹੋ ਸਤਨਾਮ। ਗੁਰੂ ਕਿਰਪਾ ਕਰਨ, ਕੇਸ ਗੁਰੂ ਦੀ ਮੋਹਰ ਹੈ। ਦਾਨ ਸਿਆ ਕੇਸ ਮੇਰੀ ਮੋਹਰ ਹੈ, ਜੇ ਮੈਂ ਸਿੱਖ ਨੂੰ ਨਰਕਾਂ ਵੱਲ ਜਾਂਦਾ ਵੇਖਾਂਗਾ। ਕੇਸਰ ਤੇ ਹਮਲੇ ਪਛਾਨ, ਚਾਹੇ ਬਚਾਵਨ ਕਸ਼ਟ ਮਹਾਨ। ਔਰ ਮੈਂ ਕੇਸਾਂ ਤੋਂ ਪਛਾਣ ਕਰਕੇ ਆਪਣੇ ਸਿੱਖ ਨੂੰ ਦੁੱਖਾਂ ਤੋਂ ਬਚਾ ਕੇ। ਕੇਸਨ ਤੇ ਗੈ ਤੁਰਤ ਨਿਕਾਰ ਹੈ, ਆਪਣੀ ਲਾਗੀ ਛਾਪ ਵਿਚਾਰ ਹੈ। ਔਰ ਮੇਰੀ ਕੇਸਾਂ ਦੀ ਮੋਹਰ ਦੇਖ ਕੇ ਮੈਂ ਤੁਰੰਤ ਉਹ ਸਿੱਖ ਨੂੰ ਕੇਸਾਂ ਤੋਂ ਫੜ ਕੇ ਨਰਕਾਂ ਚੋਂ ਬਾਹਰ ਕੱਢ ਲਵਾਂਗਾ। ਦੇਖੋ ਨਾ ਸਾਡੇ ਕੇਸ ਦਾੜੀ, ਸਾਡਾ ਸਰੂਪ ਨੇ ਜਿਹੜਾ, ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਅਸੀਂ ਕਿਤੇ ਵੀ ਚਲੇ ਜਾਈਏ ਸਾਨੂੰ ਲੋਕ ਸਰਦਾਰ ਜੀ ਕਹਿ ਕੇ ਬੁਲਾਉਂਦੇ ਆ। ਕਹੋ ਸਤਨਾਮ। ਜੇ ਸਾਨੂੰ ਨਾ ਵੀ ਜਾਣਦੇ ਹੁਣ, ਅੰਗਰੇਜ਼ ਲੋਕ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ ਆ। ਹੋਰ ਸਿੰਘ ਸਾਹਿਬ ਕੈਸੇ ਹੋ? ਚਾਹੇ ਉਹ ਸਾਨੂੰ ਜਮਾਂ ਨਹੀਂ ਜਾਣਦੇ, ਪਰ ਇਸ ਨੂੰ ਜਾਣਦੇ ਆ, ਦਸਤਾਰ ਨੂੰ ਜਾਣਦੇ ਆ, ਕੇਸ ਦਾੜੇ ਨੂੰ ਜਾਣਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਇਸ ਦਾ ਨਾਮ ਸਿੰਘ ਸਾਹਿਬ ਹੈ। ਅਗਲਾ ਪਿਛਲਾ ਨਾਮ ਜਾਣਨ ਚ ਨਾ ਜਾਣਨ। ਤੋ ਕੇਸ ਜਿਹੜੇ ਹਨ ਗੁਰੂ ਪਿਆਰਿਓ, ਇਹ ਗੁਰੂ ਕੀ ਮੋਹਰ ਹੈ। ਤੇ ਪਾਤਸ਼ਾਹ ਕਹਿੰਦੇ ਕੇਸਾਂ ਨੂੰ ਦੇਖ ਕੇ ਮੈਂ ਸਿੱਖ ਨੂੰ ਨਰਕਾਂ ਵਿੱਚ ਜਾਣ ਤੋਂ ਬਚਾ ਲੈਣਾ। ਭਾਈ ਜੋਗਾ ਸਿੰਘ ਗੁਰੂ ਕਾ ਸਿੰਘ ਸੀ। ਜਿਸ ਵੇਲੇ ਗੁਰੂ ਪਿਆਰਿਓ ਉਹਦੇ ਮਾਤਾ ਪਿਤਾ ਪਿੰਡ ਲੈ ਗਏ, ਇਹਦਾ ਵਿਆਹ ਕਰ ਦਈਏ ਬੱਚੇ ਦਾ, 2 ਲਾਵਾਂ ਹੋਈਆਂ ਤੇ ਪਾਤਸ਼ਾਹ ਦੇ ਇੱਕ ਸਿੰਘ ਨੇ ਉੱਠ ਕੇ ਚਿੱਠੀ ਮੂਹਰੇ ਕਰਤੀ। 2 ਲਾਵਾਂ ਹੋਈਆਂ, ਤੀਜੀ ਇਹ ਪੜ੍ਹਨੀ ਆ ਪਾਤਸ਼ਾਹ ਨੇ, ਸਿੰਘ ਨੇ, ਗ੍ਰੰਥੀ ਨੇ ਚਿੱਠੀ ਮੂਹਰੇ ਕਰਤੀ। ਤੀਜੇ ਫੇਰਿਆਂ ਤੋਂ ਪਹਿਲਾਂ ਚਿੱਠੀ ਤੇ ਲਿਖਿਆ, ਜੋਗਾ ਸਿਆ ਜਿੱਥੇ ਬੈਠਾ ਹੈ ਜੋ ਕਰਦਾ ਛੱਡ ਕੇ ਹੁਣੇ ਹੀ ਤੁਰ ਪਾ। ਉੱਥੋਂ ਜੋਗਾ ਸਿੰਘ ਤੁਰ ਪਿਆ 2 ਲਾਵਾਂ ਵਿੱਚ ਛੱਡ ਕੇ, ਲੇਕਿਨ ਹੁਸ਼ਿਆਰਪੁਰ ਆ ਕੇ ਫਸ ਗਿਆ ਬੇਸਵਾ ਦੇ ਚਵਾਰੇ ਕੋਲੇ। ਬਾਰ-ਬਾਰ ਚਵਾਰੇ ਵੱਲ ਜਾਂਦਾ ਗਾ, ਪਹਿਰੇਦਾਰ ਖੜਾ ਹੈ। ਤੜਕੇ 3 ਵਜੇ ਫਿਰ ਉਹ ਚਵਾਰੇ ਵੱਲ ਗਿਆ ਤੇ ਪਹਿਰੇਦਾਰ ਕਹਿੰਦਾ, ਯਾਰ ਤੂੰ ਮੈਨੂੰ ਸਿੱਖ ਲੱਗਦਾ, ਦਸਤਾਰ ਬੰਨੀ ਹੈ, ਸੋਹਣਾ ਦਾੜਾ ਕੇਸ ਹੈ, ਤੂੰ ਕਿੱਧਰ ਚੱਲਿਆ ਇੱਧਰ? ਇੰਨੀ ਗੱਲ ਕਹਿਣ ਦੀ ਦੇਰ ਸੀ ਪਹਿਰੇਦਾਰ ਦੀ ਕਿ ਜੋਗਾ ਸਿੰਘ ਕੰਬਿਆ। ਆਹ ਕੀ ਹੋ ਗਿਆ? ਮੈਂ ਤਾਂ ਗੁਰੂ ਸਾਹਿਬ ਦੇ ਵੱਲ ਚੱਲਿਆ ਸੀ, ਕਿਹੜੇ ਚੱਕਰ 'ਚ ਪੈ ਗਿਆ? ਉੱਥੋਂ ਫਿਰ ਭੱਜਿਆ। ਇਸ ਕਰਕੇ ਕੇਸ ਗੁਰੂ ਦੀ ਮੋਹਰ ਹੈ। ਦਾਨ ਸਿਆ ਮੈਂ ਕੇਸਾਂ ਨੂੰ ਵੇਖ ਕੇ ਆਪਣੇ ਸਿੱਖ ਨੂੰ ਪਛਾਣ ਕੇ ਨਰਕਾਂ ਵਿੱਚੋਂ ਵੀ
ਕੱਢ ਲਵਾਂਗਾ। ਸੁਨ ਕੇ ਦਾਨ ਸਿੰਘ ਤਿਸ ਕਾਲਾ ਜਿਸਕੇ ਮੁਖ ਪਰ ਸ਼ਮਸ਼ ਵਿਸਾਲਾ ਜਿਸ ਦੇ ਚਿਹਰੇ ਤੇ ਥੋੜੀ ਥੋੜੀ ਦਾੜੀ ਸੀ ਕਾਲੀ। ਦੋਨੋਂ ਹੱਥ ਨਗੈ ਕਰ ਸੋਏ ਬੋਲਿਓ ਪ੍ਰਭ ਸੋ ਸਨਮੁਖ ਹੋਏ। ਕਹਿੰਦੇ ਬਾਬਾ ਜੀ ਦਾੜੀ ਹੈਗੀ ਆ, ਦਾੜੀ ਫੜ ਕੇ ਖਿੱਚ ਲਿਓ। ਇਸ ਤੇ ਆਪ ਚਿਨਾਰੀ ਤਰੀ ਹੈ ਗਹਿ ਕੇ ਸ਼ਮਸ਼ ਨਿਕਾਸਨ ਕਰੀ ਹੈ। ਦਾੜੀ ਹੈਗੀ ਆ, ਇਹ ਤੋਂ ਪਤਾ ਲੱਗ ਜਾਂਦਾ ਵੀ ਇਹ ਵੀ ਸਿੱਖ ਆ। ਇਹਨੂੰ ਫੜ ਕੇ ਖਿੱਚ ਲਿਓ। ਸੁਨ ਕੇ ਸਤਿਗੁਰ ਹੱਥ ਰਮਾਲ ਕਰ ਮੁਖ ਆਗੇ ਹਸੇ ਵਿਸਾਲ ਪਾਤਸ਼ਾਹ ਮੂੰਹ ਤੇ ਰਮਾਲ ਕਰਕੇ ਪਰਨਾ ਕਰਕੇ ਹੱਸੇ। ਬਾਕੇ ਆਪ ਕੋ ਮੈਂ ਨਾ ਹਟਾਵੋ ਸਿਰ ਪਰ ਰੱਖੇ ਕੇਸ ਵਧਾਵੋ। ਚਲ ਠੀਕ ਹੈ ਦਾੜੀ ਤੋਂ ਵੀ ਪਤਾ ਲੱਗਦਾ ਵੀ ਬੰਦਾ ਇਹ ਸਿੱਖ ਹੈ, ਪਰ ਕੇਸ ਜ਼ਰੂਰ ਰੱਖ ਲੈ। ਜਗਤ ਝੂਠ ਤਜ ਪਾਹੁਲ ਲੈ ਹੋ ਗੁਰਸਿੱਖੀ ਕੇ ਪੰਥ ਚੱਲੇ ਹੈ। ਚਲੋ ਠੀਕ ਆ ਮਹਾਰਾਜ, ਤੁਹਾਡਾ ਵਚਨ ਮੈਂ ਵੀ ਨਹੀਂ ਮੋੜਦਾ। ਮੈਂ ਅੰਮ੍ਰਿਤ ਛਕ ਕੇ ਹੁਣ ਗੁਰਸਿੱਖੀ ਨੂੰ ਪ੍ਰਾਪਤ ਕਰਦਾ ਹਾਂ। ਇਮ ਕਹਿ ਪਿਓ ਪ੍ਰਭੂ ਅਨਸਾਰੀ ਅੰਮ੍ਰਿਤ ਲੈ ਗੁਰ ਫਤਿਹ ਉਚਾਰੀ। ਫਿਰ ਦਾਨ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ। ਉਨ ਬਰਾੜ ਦਰਬ ਕੋ ਪਾਏ ਮਿਲੇ ਆਪਸ में उठे हर खाए। ਉਹ ਬਰਾੜ ਤਨਖਾਹਾਂ ਲੈ ਕੇ ਬੜੇ ਖੁਸ਼ ਹੋਏ, ਆਪਣੇ ਘਰਾਂ ਨੂੰ ਚਲੇ ਗਏ। ਕਿੱਧਰ ਗਏ ਆਪਾਂ ਕੱਲ ਨੂੰ ਸਰਵਣ ਕਰਾਂਗੇ। ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ ਆ। ਭਾਈ ਦਾਨ ਸਿੰਘ ਜੀ ਫਿਰ ਗੁਰੂ ਸੇਵਾ ਪਾਤਸ਼ਾਹ ਜੀ ਨੂੰ ਆਪਣੇ ਪਿੰਡ ਲੈ ਕੇ ਆਉਂਦਾ। ਦਾਨ ਸਿੰਘ ਵਾਲੇ ਇਸ ਪਿੰਡ ਦਾ ਨਾਮ ਕੋਈ ਹੋਰ ਸੀ ਪਹਿਲਾਂ, ਪਰ ਫਿਰ ਜਦੋਂ ਪਿੰਡ ਵਾਲਿਆਂ ਨੂੰ ਵੀ ਅੰਮ੍ਰਿਤਧਾਰੀ ਬਣਾਤਾ ਦਾਨ ਸਿੰਘ ਨੇ, ਤੇ ਪਿੰਡ ਦਾ ਨਾਮ ਦਾਨ ਸਿੰਘ ਵਾਲਾ ਰੱਖਿਆ ਗਿਆ। ਇਹ ਵਿਚਾਰਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ ਆ। ਉਹ ਸਮਾਪਤੀ ਕਰੀਏ। ਗੁਰੂ ਪਾਤਸ਼ਾਹ ਤੇ ਸਿੱਖ ਸੰਗਤਾਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। हे अच्युत हे पार ब्रह्म अविनाशी अविनाश हे पूरन हे सर्व मैं गुणतास हे संगी हे निरंकार हे निर्गुण सब हे गोबिंद हे गुण निधान सदा विवेक हे अपरंपर हर हरे हे संत कै सदा संग आधार हे ठाकुर हो दास रो निर्गुण गुण नहीं कोई नानक दीजै नाम दान परोए आए प्रभ शरणागति नित दयाल एक अखर हर मन बसत निहाल एक ओंकार सतगुरु प्रसाद सच होए वाहिगुरु जी की फतेह है आसन सोए वाहिगुरु जी की फतेह है आसन सोए वाहिगुरु जी का खालसा वाहिगुरु जी की फतेह। बहुत बहुत धन्यवाद।